ਵਾਹਿਗੁਰੂ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਹੈ ਅਤੇ ਗੁਰਬਾਣੀ ਦੇ ਵਿਚਾਰਨ ਦਾ ਸਮਾਂ ਬਖਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਲੀ ਹੋਈ ਲੜੀਦਾਰ ਕਥਾ, ਜੋ ਜਪਜੀ ਸਾਹਿਬ ਦੀ 35ਵੀਂ ਪੌੜੀ ਹੋ ਚੁੱਕੀ ਹੈ, 36ਵੀਂ ਪੌੜੀ ਜਿਸ ਦਾ ਵਿਚਾਰ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਕਰਵਾ ਲੈਣ। ਆਪ ਜੀ ਸੁਣਨ ਵਾਲਿਆਂ ਨੂੰ ਸਮਝ ਆਵੇ, ਸੁਣਾਉਣ ਵਾਲਿਆਂ ਨੂੰ ਸੁਣਾਉਣ ਦੀ ਸਮਰੱਥਾ, ਸੁਣਨ ਵਾਲਿਆਂ ਨੂੰ ਸੁਣਨ ਦੀ ਸਮਰੱਥਾ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਰਨ। ਆਓ ਜਿਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੀਆਂ ਦੋ ਤੁਕਾਂ ਨਾ, ਇਹ 35ਵੀਂ ਪੌੜੀ ਦੇ ਨਾਲ ਹੀ ਇਹਨਾਂ ਦਾ ਸੰਬੰਧ ਹੈ। 35ਵੀਂ ਪੌੜੀ ਦੇ ਸੇਵਕ ਦਾ ਦਰਜਾ ਕਿਹਾ ਸੀ, ਉਹ ਤੋਂ ਕਿ ਸਰਮਖੰਡ ਦੇ ਵਿੱਚ ਸਿੱਖ ਦਾ ਦਰਜਾ ਉਚਾਰਨ ਕਰਦੇ ਆ, ਅਤੇ ਸਿੱਧ ਪੁਰਸ਼ ਜਿਹੜੇ ਨੇ ਸਤਿਗੁਰੂ ਮਹਾਰਾਜ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਸਿੱਧ ਪੁਰਸ਼ੋ। ਜਦੋਂ ਜਿਗਿਆਸੂ ਗਿਆਨ ਖੰਡ ਵਿੱਚ ਪਹੁੰਚ ਜਾਂਦਾ ਹੈ, ਉਸ ਵੇਲੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਪਰਮੇਸ਼ਰ ਦਾ ਸੇਵਕ ਜਿਗਿਆਸੂ ਗਿਆਨ ਖੰਡ, ਖੰਡ ਨਾਮ ਹਿੱਸੇ ਦਾ ਹੁੰਦਾ ਹੈ। ਮਹਿ ਉਹਦੇ ਵਿੱਚ ਕਹਿੰਦੇ ਜਿਸ ਵੇਲੇ ਉਹਦੇ ਵਿੱਚ ਪਹੁੰਚ ਜਾਂਦਾ ਹੈ, ਗਿਆਨ ਖੰਡ ਦੇ ਵਿੱਚ। ਪ੍ਰਚੰਡ ਦਾ ਅਰਥ ਹੈ ਪਰ ਨਾਮ ਵਿਸ਼ੇਸ਼ ਦਾ ਹੁੰਦਾ ਹੈ, ਚੰਡ ਨਾਮ ਹੁੰਦਾ ਤਿੱਖੇ ਦਾ। ਭਾਵ ਕੀ ਹੈ? ਵਿਸ਼ੇਸ਼ ਤਿੱਖਾ ਗਿਆਨ, ਬਹੁਲਤਾ ਵਾਲਾ ਗਿਆਨ ਉਹਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਅੱਗੇ ਦੱਸਦੇ ਹਾਂ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਤਿੱਥੇ ਉਸ ਅਵਸਥਾ ਵਿੱਚ ਉਹਨਾਂ ਨੂੰ ਨਾਦ ਸਰਵਣਾ ਆਨੰਦ ਜਿਹੜਾ ਹੈ, ਵਿਨੋਦ ਦਰਸ਼ਨਾਂ ਦਾ ਆਨੰਦ, ਸੁਣਨ ਦਾ ਆਨੰਦ, ਇੱਕ ਦਰਸ਼ਨ ਕਰਨ ਦਾ ਆਨੰਦ, ਅਤੇ ਸਰਵਣ ਆਨੰਦ ਨਾਲੋਂ, ਦਰਸ਼ਨਾਂ ਆਨੰਦ ਨਾਲੋਂ ਕੋੜ ਕਰੋੜਾਂ ਆਨੰਦ ਪ੍ਰਾਪਤ ਹੁੰਦੇ ਹੈ। ਇਹਨੂੰ ਹੋਰ ਖੋਲ੍ਹ ਦੇਣਗੇ ਅੱਗੇ। ਇਹਦਾ ਮਤਲਬ ਹੈ, ਜਿਸ ਤਰ੍ਹਾਂ ਦ੍ਰਿਸ਼ਟਾਂਤ ਤੋਂ ਬਿਨਾਂ ਪੂਰੀ ਨਹੀਂ ਗੱਲ ਸਮਝ ਆਇਆ ਕਰਦੇ। ਮੰਨ ਲਓ, ਕਲਪਨਾ ਕਰ ਲਓ ਵੀ ਕਿਸੇ ਦਾ ਸੰਬੰਧੀ ਅਚਾਨਕ ਖੋਇਆ ਗਿਆ, ਅੱਖਾਂ ਤੋਂ ਓਹਲੇ ਹੋ ਗਿਆ, ਲੱਭਦਾ ਹੈ, ਲੱਭਦਾ ਨਹੀਂ। ਅਤੇ ਫਿਰ ਅਚਾਨਕ ਕੋਈ ਬੰਦੇ ਨੇ ਦੱਸ ਪਾਈ ਕਿ ਭਾਈ ਤੂੰ ਐਵੇਂ ਚਿੰਤਾ ਕਰੀ ਜਾਂਦਾ ਵੀ ਉਹ ਹੈਗਾ ਫਲਾਣੇ ਥਾਂ, ਮੈਂ ਦੇਖਿਆ। ਉਹ ਸੁਣ ਕੇ ਉਹਨੂੰ ਫਿਰ ਇੱਕ ਆਨੰਦ ਪ੍ਰਾਪਤ ਹੋਇਆ, ਖੁਸ਼ੀ ਹੋਈ। ਅਤੇ ਇਹ ਜਿਹੜਾ ਆਨੰਦ ਪ੍ਰਾਪਤ ਹੋਇਆ, ਉਹਨੂੰ ਨਾਦ ਸਰਵਣਾਨੰਦ ਕਹਿੰਦੇ ਨੇ। ਅਤੇ ਫਿਰ ਤਿੱਥੇ ਉੱਥੇ ਜਾ ਕੇ ਜਦੋਂ ਸੰਬੰਧੀ ਨੂੰ ਉਹਨੇ ਵੇਖ ਲਿਆ, ਉਹਨੂੰ ਕਹਿੰਦੇ ਨੇ ਵਿਨੋਦ। ਇਹ ਦਰਸ਼ਨਾਨੰਦ ਹੋ ਗਿਆ। ਅਤੇ ਜਦੋਂ ਬਿਲਕੁਲ ਨੇੜੇ ਜਾ ਕੇ ਜੱਫੀ ਭਰ ਕੇ ਉਹਨੂੰ ਪਿਆਰ ਦੇ ਨਾਲ ਮਿਲਿਆ, ਇਹ ਪ੍ਰਾਪਤੀ ਦਾ ਉਹ ਕੋੜ ਕਰੋੜਾਂ ਗੁਣ ਜ਼ਿਆਦਾ ਆਨੰਦ ਪ੍ਰਾਪਤ ਹੋਇਆ। ਤਿੱਥੈ ਨਾਦ ਵਿਨੋਦ ਕੋੜ ਆਨੰਦ, ਇਹਦਾ ਅਰਥ ਹੈ। ਇਹ ਤਾਂ ਹੈ ਬਾਹਜ ਗੱਲ ਹੈ ਜਿਹੜੀ ਇਹਦੇ ਨਾਲ ਗਿਆਨ ਦੀ ਗੱਲ ਸਮਝਣੀ ਹੈ। ਦਾ ਦ੍ਰਿਸ਼ਟਾਂਤ ਇਸੇ ਦਾ ਅੰਤਰੀ ਭਾਵ, ਜਿਹੜਾ ਗਿਆਨ ਖੰਡੀ ਬ੍ਰਹਮ ਵੇਤਿਆਂ ਨੂੰ ਤਿੱਥੈ ਨਾਦ ਵਿਨੋਦ ਕੋੜ ਆਨੰਦ, ਤਿੱਥੇ ਇਸ ਗਿਆਨ ਖੰਡ ਦੀ ਅਵਸਥਾ ਵਿੱਚ ਉਹਨਾਂ ਨੂੰ ਨਾਦ ਸਰਵਣਾਨੰਦ ਪ੍ਰਾਪਤ ਹੁੰਦਾ ਹੈ। ਉਹ ਕਿਸ ਤਰ੍ਹਾਂ? ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੈ ਗੋ। ਇਹ ਨਾਦ ਆਨੰਦ। ਅਤੇ ਫਿਰ ਉਹਨਾਂ ਨੂੰ ਪ੍ਰਭੂ ਦੇ ਵਿਨੋਦ ਕੀ, ਦਰਸ਼ਨਾਨੰਦ, ਕੌਤਕ ਵੇਖ ਕੇ ਜਿਹੜਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜੀ ਲੀਲਾ ਕੀਤੀ, ਕਿਸੇ ਸਰੂਪ ਵਿੱਚ ਆ ਕੀਤੀ, ਰਾਮ ਰੂਪ ਵਿੱਚ, ਕ੍ਰਿਸ਼ਨ ਰੂਪ ਵਿੱਚ, ਗੁਰੂ ਨਾਨਕ ਦੇ ਰੂਪ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ, 10 ਗੁਰੂ ਸਾਹਿਬਾਨਾਂ। ਉਹ ਫਿਰ ਕਹਿੰਦਾ, ਧੀਰੋ ਦੇਖ ਤੁਮਾਰੇ ਰੰਗਾ।
ਜਿਵੇਂ ਪਿੱਛੇ ਧਰਮਖੰਡ ਦੀ ਅਵਸਥਾ ਵਿੱਚ ਰਾਮ ਕ੍ਰਿਸ਼ਨ ਸ਼ਿਵ ਦੇਵਤੇ ਉਹ ਦ੍ਰਿਸ਼ਟੀ ਆਉਂਦੇ ਹੈ, ਜਿਵੇਂ ਸਰਗੁਣ ਸਰੂਪ ਧਾਰ ਕੇ ਚੋਜ ਕੀਤੇ ਨੇ। ਅਤੇ ਗੁਰੂ ਘਰ ਦੇ ਭਾਈ ਗੁਰਬਖਸ਼ ਸਿੰਘ ਜੀ ਰਾਮ ਕੌਰ ਜੀ ਹੋਏ, ਉਹਨਾਂ ਦੀ ਦ੍ਰਿਸ਼ਟੀ ਇੰਨੀ ਖੁੱਲ੍ਹ ਗਈ ਸੀ ਵੀ ਗੁਰੂ ਸਾਹਿਬਾਨਾਂ ਦੇ 10 ਗੁਰੂਆਂ ਦੇ ਚੋਜ ਅਤੇ ਜੋ ਵੀ ਉਹਨਾਂ ਨੇ ਕੀਤੇ ਉਹਨਾਂ ਨੂੰ ਸਾਰੇ ਐਨ ਪ੍ਰਤੱਖ ਦਿਸਦੇ ਸੀ। ਗੁਰੂ ਗੋਬਿੰਦ ਸਿੰਘ ਜੀ ਜਿੱਥੇ ਵੀ ਬੈਠੇ ਹੁੰਦੇ ਸੀ ਉੱਥੇ ਉਹ ਪਤਾ ਸੀ ਇਸ ਵੇਲੇ ਮਹਾਰਾਜ ਤਖਤ 'ਤੇ ਬੈਠੇ ਨੇ ਜਾਂ ਸਿੰਘਾਂ ਨੂੰ ਵਿਚਾਰ ਵਿਤਾਰਾਂ ਵਟਾਂਦਰਾ ਕਰਦੇ ਨੇ। ਅੰਮ੍ਰਿਤਸਰ ਸਾਹਿਬ ਬੈਠੇ ਜਾਣ ਲੈਂਦੇ। ਤੁਲਸਾ ਦਾਸ ਜੀ ਨੂੰ ਗੁਰੂ ਨਾਨਕ ਦੇ ਚਰਨ ਛੋਹਣ ਦੇ ਨਾਲ ਪਤਾ ਲੱਗਿਆ ਵੀ ਜਹਾਜ਼ ਡੁੱਬਦਾ, ਉਹਦਾ ਬੇੜਾ ਬੰਨੇ ਲਾਉਣ ਲੱਗੇ ਆ। ਤੋ ਇਸ ਤਰ੍ਹਾਂ ਦੇ ਦਰਸ਼ਨਾਂ ਦਾ ਵਿਨੋਦ ਆਨੰਦ ਇਹ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਬ੍ਰਹਮ ਵੇਤਿਆਂ ਨੂੰ ਫਿਰ ਕੋੜ ਆਨੰਦ, ਕਰੋੜਾਂ ਗੁਣਾ ਆਨੰਦ ਦੁਨੀਆ ਦੇ ਸੁੱਖਾਂ ਨਾਲੋਂ, ਦੁਨੀਆ ਦੇ ਜਿੰਨੇ ਵੀ ਸੁੱਖ ਨੇ ਇਹਨਾਂ ਨਾਲੋਂ ਬਹੁਤ ਵਧੇਰੇ ਪ੍ਰਾਪਤ ਹੁੰਦਾ ਹੈ। ਜੋ ਦੁਨੀਆ ਤੋਂ ਜਸ ਸੁਣਨਾ, ਇਹਦੇ ਵਿੱਚੋਂ ਆਪਣਾ ਜਸ ਸੁਣਨਾ ਨਾ ਆਨੰਦ ਆਉਂਦਾ ਇਹਦੇ 'ਚੋਂ, ਜਦੋਂ ਕੋਈ ਵਡਿਆਈ ਕਰਦਾ ਹੈ। ਵਿਨੋਦ, ਕੌਤਕ, ਤਮਾਸ਼ੇ ਵੇਖਣੇ, ਆ ਜਿਵੇਂ ਫਿਲਮਾਂ ਜੀਆਂ ਜਾਂ ਫਿਰ ਬੜਾ ਕੁਛ ਅੱਜ ਕੱਲ੍ਹ ਤਾਂ ਮੋਬਾਈਲਾਂ 'ਤੇ ਬੜਾ ਕੁਛ ਹੁੰਦਾ ਹੈ। ਉਹਨਾਂ ਦੇ ਵਿੱਚੋਂ ਜਿਹੜਾ ਰਸ ਲੈਣਾ ਉਹ ਰਸ ਹੀ ਹੈ ਨਾ ਕਿ ਜਿਹੜਾ ਐਵੇਂ ਸੁਣ ਕੇ ਲੈਂਦੇ ਆ, ਮਨ ਨੂੰ ਵਿਗਾੜਨ ਵਾਲਾ ਰਸ ਹੈ। ਭੋਗਾ ਆਨੰਦ ਮਾਨਣਾ, ਇਹਨਾਂ ਨਾਲੋਂ ਨਾਮ ਦਾ ਨਾਦ ਸਰਵਣ ਕਰਨ ਵਾਲਿਆਂ ਨੂੰ, ਨਾਦ ਦੇ ਥਾਂ 'ਤੇ ਸਰਵਣਾਨੰਦ ਜਿਹੜਾ ਗਿਆਨ ਦਾ ਪਹਿਲਾ ਸਾਧਨ ਹੈ। ਵਿਨੋਦ ਮੰਨਣਾ ਅਤੇ ਨਿਧਿਆਸਨ ਕਰਕੇ ਆਨੰਦ ਪ੍ਰਾਪਤ ਹੋਣਾ। ਇਹ ਸਤਵਾ ਪਾਦ ਚੌਥੀ ਭੂਮਿਕਾ ਸੇਵਕ ਦਾ ਦਰਜਾ ਹੈ। ਇੱਥੇ ਤੱਕ 35ਵੀਂ ਪੌੜੀ ਨਾਲ ਸੰਬੰਧ ਹੈ। ਇਹ ਉਹਦਾ ਕਥਨ ਹੈ। ਇਹ ਪੌੜੀ ਦੀਆਂ 2 ਤੁਕਾਂ ਦਾ ਅਰਥ ਪਿਛਲੀ ਤੁਕ ਨਾਲ ਇਹਨੂੰ ਉਹਦੇ ਨਾਲ ਜੋੜ ਕੇ ਸਰਮਕੰਡ ਸਿੱਖ ਦਾ ਦਰਜਾ ਦੱਸਦੇ ਆ। ਅਸੰਗ ਸੰਗਤ ਭੂਵਨਾ ਜਿਹੜੀ ਉਹ ਅੱਗੇ ਸਾਧ ਸੰਗਤ ਜੀ ਦੱਸਦੇ। ਤੋ ਇਹਦੇ ਵਿੱਚ ਸਿੰਘ ਬਲੋਕਨ ਰੀਤ ਹੈ। ਪੌੜੀ ਅਗਲੀ ਸ਼ੁਰੂ ਕਰਦੇ ਨੇ, ਤੁਕਾਂ ਪਿਛਲੀ ਪੌੜੀ ਦੀਆਂ 2 ਲੈਂਦੇ ਨੇ। ਗੁਰਸਿੱਖਾਂ ਨੂੰ ਦੱਸਦੇ ਨੇ ਵੀ ਅਗਲੀ ਅਵਸਥਾ ਵਿੱਚ ਜਾ ਕੇ ਪਿਛਲੀ ਅਵਸਥਾ ਜਿਹੜੀ ਹੈ ਇਹ ਛੱਡੀ ਨਹੀਂ ਜਾਂਦੀ, ਨਾਲ ਲੈ ਕੇ ਤੁਰਨਾ ਇਹਨੂੰ। ਅਤੇ ਇਸ ਕਰਕੇ ਇਹ ਗੁਰੂ ਘਰ ਦੀ ਬੜੀ ਖੂਬੀ ਹੈ। ਕਰਨੀ ਤਾਂ ਸਰਮਖੰਡ ਦੀ ਗੱਲ ਹੈ, ਪੌੜੀ ਤਾਂ ਸਰਮਖੰਡ ਦੀ ਹੈ ਇਹ, ਪਰ ਇਹਦੇ ਵਿੱਚ ਪਿਛਲੀ ਵਿਚਾਰ ਜਿਹੜੀ ਹੈ ਮਹਾਰਾਜ ਸਾਹਿਬ ਜੀ ਨੇ ਉਹ ਗਿਆਨ ਖੰਡ ਦੀ ਨਾਲ ਲਈ ਹੈ, ਜਿਹੜਾ ਸੇਵਕ ਦਾ ਦਰਜਾ ਹੈ। ਹੁਣ ਅੱਗੇ ਜਿਸ ਪ੍ਰਕਾਰ ਵਿਚਾਰ ਆਉਂਦੀ ਹੈ, ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਸਰਮਖੰਡ ਦੇ ਵਿੱਚ ਜਿਹੜੀ ਉਪਾਸਨਾ ਕਾਂਡ ਉਹਦੇ ਬਾਰੇ ਸਮਝਾਓ। ਸਤਿਗੁਰੂ ਮਹਾਰਾਜ ਜੀ ਅੱਗੇ ਫਿਰ ਸਿੱਖ ਦੀ ਉਪਸਥਾ ਜਿਹੜੀ ਉਪਾਸਨਾ ਕਾਂਡ ਹੈ, 5ਵੀਂ ਭੂਮਿਕਾ ਉਧਰ ਜਿਹੜੀਆਂ ਸੁਭ ਇੱਛਾ ਸੋ ਵਿਚਾਰ ਨਾ ਤਨੂ ਮਾਨਸਾ ਅਸੰਗ ਸਗਤ, ਅਤੇ ਇਹ ਸਤਵਾ ਪਾਦਕ ਚੌਥੀ ਅਸੰਗ ਸਗਤ, ਇਹ 5ਵੀਂ ਭੂਮਿਕਾ ਦੀ ਗੱਲ ਕਰ ਰਹੇ ਹਨ ਮਹਾਰਾਜ। ਤੋ ਜਿਸ ਪ੍ਰਕਾਰ ਵਿਚਾਰ ਆਉਂਦੀ ਹੈ ਸੁਣੋ ਜੀ। ਸਰਮਖੰਡ ਕੀ ਬਾਣੀ ਰੂਪ, ਸਰਮਖੰਡੀਆਂ ਦੀ ਜਿਹੜੀ ਬਾਣੀ ਹੈ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਉਹਨਾਂ ਦੀ ਬਾਣੀ ਦੇ ਵਿੱਚ ਕਿਤਨੀ ਤਾਕਤ ਹੋ ਜਾਂਦੀ ਹੈ। ਸਰਮਖੰਡ ਕੀ ਬਾਣੀ ਰੂਪ, ਸਰਮ ਨਾਮ ਲੱਜਿਆ ਦਾ ਹੁੰਦਾ ਹੈ, ਸ਼ਰਮ ਦਾ। ਜਿਹੜੀ ਮਨ ਦੇ ਵਿੱਚ ਸ਼ਰਮ ਲੱਜਾ ਰੱਖਣੀ ਹੈ, ਜਿਹੜੇ ਲਾਇਕ ਬੱਚੇ ਨੇ ਉਹ ਆਪਣੇ ਮਾਂ ਬਾਪਾਂ ਦੀ ਸ਼ਰਮ ਕਹਿੰਦੇ ਹੈ। ਜਿਹੜੀ ਗੁਣਾਂ ਵਾਲੀ ਔਰਤ ਹੈ ਉਹ ਆਪਣੀ ਪਤੀ ਦੀ ਲਾਜ, ਪੇਕਿਆਂ ਦੀ ਲਾਜ, ਸਹੁਰਿਆਂ ਦੀ ਸ਼ਰਮ ਰੱਖਦੀ ਹੈ। ਕੁਲ ਦੀ ਲਾਜ, ਦੇਸ਼ ਦੀ ਲਾਜ, ਸਮਾਜ ਦੀ ਲਾਜ, ਬੁਰੇ ਕਰਮਾਂ ਦਾ ਤਿਆਗ ਕਰ ਦੇਣਾ, ਸ੍ਰੇਸ਼ਟ ਜਿਹੜੇ ਕਰਮ ਨੇ ਉਹ ਅਪਣਾਉਣੇ, ਇਹ ਸਰਮਖੰਡ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਬੁਰੇ ਕਰਮਾਂ ਤੋਂ ਸੰਕੋਚ ਕਰਨਾ। ਅਤੇ ਵਿੱਚ ਜੇ ਮੈਂ ਬੁਰੇ ਕੰਮ ਕਰਦਾ ਰਿਹਾ ਮੈਨੂੰ ਪ੍ਰਲੋਕ ਦੇ ਵਿੱਚ ਸ਼ਰਮਿੰਦਗੀ ਹੋਏਗੀ। ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ, ਉੱਥੇ ਮੈਨੂੰ ਸ਼ਰਮ ਹੋਣਾ ਪਊਗਾ, ਸ਼ਰਮਸ਼ਾਰ ਧਰਮਰਾਜ ਦੇ ਅੱਗੇ ਸਿਰ ਝੁਕਾ ਕੇ ਖੜਨਾ ਪਊਗਾ। ਇਹ ਉਪਾਸਨਾ ਕਾਂਡ ਹੈ। ਉੱਥੇ ਅਜੀਬ ਕਿਸਮ ਦੀਆਂ ਗੱਲਾਂ ਨੇ, ਕਿਸੇ ਨੂੰ ਕਿਸੇ ਤਰ੍ਹਾਂ ਦੀ ਅਨੁਭਵ ਹੁੰਦੀ ਹੈ। ਪ੍ਰਲੋਕ ਦੇ ਵਿੱਚ ਉੱਥੇ ਹੁਕਮ ਹੁੰਦਾ ਵੀ ਸਿਰ ਨੀਵਾਂ ਕਰਕੇ ਖੜ, ਐ ਨਹੀਂ ਉੱਪਰ ਚੱਕ ਕੇ ਐ ਨੀਵਾਂ ਕਰਕੇ ਹੈ।
ਆਪ ਪਾਪ ਕੀਤਾ ਸੀ, ਉੱਥੇ ਸਿਰ ਹਿਲਾਊਗਾ, ਹਾਂ ਕਰਿਆ ਸੀ। ਆਪ ਪਾਪ ਕੀਤਾ ਸੀ, ਆ ਲੈ ਫੇਰ ਦੀ ਸਜ਼ਾ ਨਰਕ ਹੈ, ਹੁਣ ਚੱਲ ਉੱਥੇ ਨੂੰ। ਬਿਲਕੁਲ ਨੰਗਾ ਕਰਕੇ ਲੈ ਕੇ ਜਾਂਦੇ ਨੇ ਉੱਥੇ, ਕੱਪੜਾ ਨਹੀਂ ਹੁੰਦਾ ਕੋਈ ਵੀ, ਸ਼ਰਮ ਐਨ ਸ਼ਰਮ ਲਾ ਕੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਤੇ ਫਿਰ ਭਾਈ ਉੱਥੇ ਗੁਰੂ ਛਡਾ ਲੈਂਦਾ ਹੈ। ਉਹ ਕਹਿੰਦਾ ਭਾਈ ਚਲੋ ਜੇ ਗਲਤੀ ਵੀ ਕੀਤੀ ਮਾਫੀ ਮਿਲ ਜਾਵੇ, ਮਹਾਰਾਜ ਸਭ ਨੂੰ ਮਾਫੀ ਦੇਵੇ। ਤੋ ਇਸ ਕਰਕੇ ਇਹ ਉਪਾਸਨਾ ਕਾਂਡ ਹੈ। ਸ਼ਰਮ ਨਾਮ ਲੱਜਾ ਦਾ ਹੈ, ਸ਼ਰਮ ਰੱਖਦੇ ਆ। ਸ਼ਰਮ ਨਾਮ ਮਿਹਨਤ ਦਾ ਵੀ ਹੈ। ਸ੍ਰੇਸ਼ਟ ਕਰਮਾਂ ਲਈ ਉਦਮ ਕਰਨਾ ਉਪਾਸਨਾ ਕਾਂਡ ਹੈ। ਗੁਰਮਤਿ ਅਨੁਸਾਰ ਉਪਾਸਨਾ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਸਾਹਿਬਾਨ ਦੀ ਪੂਜਾ, ਸੇਵਾ, ਟਹਿਲ, ਭਗਤੀ। ਇਹ ਜਗਿਆਸੂ ਟਹਿਲ, ਸੇਵਾ ਜਾਂ ਭਗਤੀ ਲਈ ਉਦਮ ਜਿਹੜਾ ਸ਼ਰਮ ਕਰਦਾ ਹੈ, ਉਹ ਉਪਾਸਨਾ ਕਾਂਡ ਹੈ, ਸਰਮਖੰਡ ਹੈ। ਇਹ 'ਚ ਪ੍ਰਵਿਰਤ ਹੁੰਦਾ ਹੈ। ਇਹ ਸਰਮਖੰਡ ਦੀ ਅਵਸਥਾ ਵਿੱਚ ਉਸ ਦੀ ਬਾਣੀ ਸਫਾਈ ਰੂਪ ਹੋ ਜਾਂਦੀ ਹੈ। ਸੁੰਦਰ ਤੇ ਪਿਆਰੀ ਮਿੱਠੀ ਬਾਣੀ, ਖੜਵਾ ਸ਼ਬਦ ਨਹੀਂ ਬੋਲਦਾ। ਫਿਰ ਜਿੱਥੇ ਜਾਏ ਵਹੀਐ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਇਹ ਅਵਸਥਾ ਹੈ ਫਿਰ ਉਹਦੀ। ਬਲਿਹਾਰੀ ਤਿਨਾ ਗੁਰਸਿੱਖਾਂ, ਗੁਰਮਤਿ ਬੋਲ ਬੋਲ ਦੇ ਮਿੱਠਾ। ਉਹ ਆਪਣੇ ਗੁਰ ਭਾਈਆਂ ਨੂੰ, ਸੰਸਾਰ ਨੂੰ ਕਦੇ ਕੌੜਾ ਬਚਨ ਨਹੀਂ ਬੋਲਦੇ। ਫਿੱਕਾ ਬੋਲ ਬਿਗੁਚ ਨਾ ਸੁਣ, ਮੂਰਖ ਮਨ ਜਾਣ। ਉਹ ਉੱਧਰੋਂ ਫਿਰ ਸ਼ਰਮ ਰੱਖਦੇ ਆ। ਉਹ ਗੁਰਮੁਖ ਜਦੋਂ ਵੀ ਬੋਲਦੇ ਨੇ, ਦੂਜੇ ਦਾ ਸਤਿਕਾਰ, ਉਹਨੂੰ ਮੱਦੇ ਨਜ਼ਰ ਰੱਖ ਕੇ ਬੋਲਦੇ ਆ ਵੀ ਇਹਦਾ ਨਿਰਾਦਰ ਨਾ ਹੋ ਜਾਵੇ ਮੇਰੇ ਕੋਲੋਂ। ਅੰਦਰੋਂ ਬਾਹਰੋਂ ਇੱਕੋ ਜਿਹੇ ਹੁੰਦੇ ਨੇ। ਜਿਵੇਂ ਭਾਈ ਲਹਿਣਾ ਜੀ, ਫਿਰ ਗੁਰੂ ਅੰਗਦ ਦੇਵ ਜੀ ਬਣੇ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਕਿੰਨੇ ਉੱਚੇ ਸੁੱਚੇ ਜੀਵਨ, ਐਨ ਮਿਠਾਸ ਦੇ ਭਰੇ ਹੋਏ ਜੀਵਨ। ਫਰੀਦ ਸਾਹਿਬ ਨੇ ਕਿਹਾ, ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ। ਹਿਆਉ ਨ ਕਹੀ ਠਾਹੇ, ਮਾਣਕ ਸਭ ਅਮੋਲ ਵੇ। ਬਹੁਤ ਪਿਆਰ ਦੀ ਸਿੱਖਿਆ ਹੈ ਗੁਰਬਾਣੀ ਦੀ। ਜੇ ਇਹਨੂੰ ਮੰਨਣ ਵਿੱਚ ਲੈ ਲਈਏ, ਬੰਦਗੀ ਹੈ। ਇਕੱਲੇ ਬੈਠ ਕੇ ਭਜਨ ਕਰੋ, ਆ ਆਨੰਦ ਨਹੀਂ ਬਣ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੁਣ ਹਜ਼ੂਰੀ 'ਚ ਬਣਿਆ ਹੋਇਆ। ਇਹ ਉਹਦੇ ਨਾਲੋਂ ਅੱਗੇ ਹੈ ਜਿਹੜੀ। ਸੋ ਅੱਗੇ ਫਰਮਾਨ ਕਰਦੇ ਹਨ ਜੀ, ਜਿੱਥੇ ਘਾੜਤ ਘੜੀਐ ਬਹੁਤ ਅਨੂਪ। ਤਿੱਥੇ, ਉੱਥੇ ਦਾ ਵਾਚਕ ਸ਼ਬਦ ਹੁੰਦਾ ਤਿੱਥੇ, ਉਸ ਥਾਂ, ਉਹ ਅਵਸਥਾ ਵਿੱਚ। ਸਰਮਖੰਡੀਆਂ ਦੀ ਗੱਲ ਹੈ ਇਹ। ਸਰਮ ਜਾਂ ਉਦਮ ਕਰਨ ਵਾਲਿਆਂ ਦੇ ਸਤਿਗੁਰੂ ਜੀ ਦੁਆਰਾ ਬਹੁਤ ਹੀ ਅਨੂਪ, ਅਨ ਜਮਾ ਊਪ, ਅਨ ਨਾਮ ਰਹਿਦਾ ਊਪ, ਉਪਮਾ। ਇਹੋ ਜਿਹੀ ਉਪਮਾ, ਇਹੋ ਜਿਹੀ ਸੁੰਦਰਤਾ ਕਹੀ ਨਾ ਜਾਏ। ਇਸ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ। ਭਾਵ ਕੀ ਹੈ ਕਿ ਸਤਿਗੁਰੂ ਜੀ ਉਹਨਾਂ ਨੂੰ ਦੈਵੀ ਗੁਣ ਬਖਸ਼ ਕੇ ਸੁੰਦਰ ਘਾੜਤ ਘੜ ਦਿੰਦੇ ਹੈ। ਜਿਵੇਂ ਸੁਨਿਆਰਾ ਗਹਿਣੇ ਘੜਦਾ, ਤਿੱਥੇ ਉਸ ਜਗ੍ਹਾ ਸਰਮਖੰਡੀ ਮਹਾਤਮਾ ਵਾਸਤੇ ਜਗਿਆਸੂਆਂ ਦੀ ਸ਼ੁਭ ਗੁਣਾਂ ਦੁਆਰਾ ਬਹੁਤ ਅਨੂਪ ਸੁੰਦਰ ਘਾੜਤ ਘੜੀ ਜਾਂਦੀ ਹੈ। ਜਗਿਆਸੂਆਂ ਵਾਸਤੇ ਉਹਨਾਂ ਦੀ ਸੰਗਤ ਕਰਕੇ ਜਗਿਆਸੂ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਨੇ। ਮਨ ਦੀ ਮੈਲ, ਪਾਪਾਂ ਦੀ ਮੈਲ, ਚੰਚਲਤਾਈ ਦੀ ਮੈਲ, ਅਗਿਆਨ ਦੀ ਮੈਲ, ਸਾਰੀਆਂ ਮੈਲਾਂ ਮਿਟ ਜਾਂਦੀਆਂ। ਜਿਵੇਂ ਸੋਨੇ ਨੂੰ ਸੁਨਿਆਰਾ ਸੁੱਧ ਕਰ ਲੈਂਦਾ, ਸੋਧੇ ਹੋਏ ਸੋਨੇ ਦੀ ਨਿਆਈ ਮਨ ਸੁੱਧ ਹੋ ਜਾਂਦਾ ਹੈ। ਅਤੇ ਫਿਰ ਉਸ ਦੇ ਗਿਆਨ ਰੂਪੀ ਗਹਿਣੇ ਦੀ ਘਾੜਤ ਉਪਮਾ ਤੋਂ ਰਹਿਤ ਹੀ ਬਹੁਤ ਸੁੰਦਰ ਘੜੀ ਜਾਂਦੀ ਹੈ। ਮਨ ਦੇ ਗਹਿਣਿਆਂ ਦੀ ਘਾੜਤ ਘੜੀ ਜਾਂਦੀ। ਤੇ ਇਸ ਪ੍ਰਕਾਰ ਕਹਿ ਰਹੇ ਹਨ ਜੀ, ਤਾਂ ਕੀਆ ਗੱਲਾਂ ਕਥੀਆ ਨਾ ਜਾਹੇ। ਤਾਂ ਕੀਆ ਉਹਨਾਂ ਸਰਮਖੰਡ ਵਾਲੇ ਉਪਾਸਨਾ ਦੀਆਂ, ਸਿੱਖਾਂ ਦੀਆਂ ਉਦਮ ਕਮਾਈ, ਭਗਤੀ, ਪਿਆਰ, ਨਿਰਮਲਤਾ, ਇਹ ਗੱਲਾਂ ਕਿਸੇ ਪਾਸੋਂ ਕਥਨੀ 'ਚ ਨਹੀਂ ਲਿਆਈਆਂ ਜਾ ਸਕਦੀਆਂ। ਕਥੀਆਂ ਨਾ ਜਾਹੇ, ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਇੱਕ ਸਿੱਧ ਬੋਲਿਆ, ਮਹਾਰਾਜ ਸਾਹਿਬ ਨੂੰ ਜਦੋਂ ਵਿਚਾਰ ਕਰਦੇ ਸੀ, ਕਈ ਬੇਸਮਝ ਹੁੰਦੇ ਨੇ, ਵਿੱਚ ਹੀ ਬੋਲ ਪੈਂਦੇ ਨੇ। ਇਸ ਕਰਕੇ ਉਹ ਫਿਰ ਸਿੱਧ ਬੋਲਿਆ, ਕਹਿੰਦਾ ਮੈਂ ਕੱਥ ਸਕਦਾ। ਇਹ ਕਹਿਤਾ ਉਹਨੇ ਸਿੱਧ ਨੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉੱਤਰ ਦਿੱਤਾ, ਜੇ ਕੋ ਕਹੈ ਪਿਛੈ ਅਛਤਾਏ। ਕਹਿੰਦੇ ਗੱਲ ਸੁਣ ਲੈ, ਜੇਕਰ ਕੋਈ ਤੇਰੇ ਵਰਗਾ ਮਨੁੱਖ ਇਹ ਕਹੇ, ਕਹਿੰਦਾ ਨਾ ਵੀ ਮੈਂ ਕਥਨ ਦੇ ਵਿੱਚ ਲਿਆ ਸਕਦਾ, ਕਹਿ ਸਕਦਾ, ਤਾਂ ਉਹਨੂੰ ਪਿੱਛੋਂ ਪਛਤਾਉਣਾ ਪਊਗਾ। ਕਿਉਂਕਿ ਪੂਰੀ ਕਥਨੀ ਕਹਿ ਨਹੀਂ ਸੁਣੀ, ਐਡੀ ਸਮਰੱਥਾ ਨਹੀਂ ਹੈ ਕਿਸੇ ਵਿੱਚ। ਮਹਾਰਾਜ ਨੇ ਜਵਾਬ ਦੇ ਦਿੱਤਾ, ਪਛਤਾਉਣਾ ਪਊਗਾ ਜਿਹੜਾ ਤੂੰ ਕਹਿੰਦਾ ਵੀ ਮੈਂ ਕਰ ਸਕਦਾ। ਕਥਨੀ ਨਹੀਂ ਹੋ ਸਕਦੀ।
ਅਕਥੇ ਕਾ ਕਿਆ ਕਥੀਏ ਭਾਈ, ਜਿਹੜਾ ਹੈ ਹੀ ਅਕਥ ਕੀ ਕਥੇਗਾ ਉਹਨੂੰ, ਕਥਨੀ ਦਾ ਵਿਸ਼ੇ ਨਹੀਂ ਹੈ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ, ਮਹਾਰਾਜ ਵੀ ਐਸੇ ਜਿਹੜੇ ਸਰਮਖੰਡੀ ਉਪਾਸਨਾ ਕਰਨ ਵਾਲੇ ਉਪਾਸਕਾਂ ਦੀ ਜਿਹੜੇ ਜਗਿਆਸੂ ਸੰਗਤ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ? ਸੁੰਦਰ ਪ੍ਰਸ਼ਨ ਹੈ। ਸਿੱਧ ਸੁਧਰ ਗਏ ਅੱਗੇ ਨਾਲੋਂ, ਪ੍ਰਸ਼ਨ ਠੀਕ ਕਰਨ ਲੱਗ ਗਏ ਅੱਗੇ ਨਾਲੋਂ। ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ, ਫਰਮਾਉਂਦੇ ਹਨ ਜੀ, ਜਿੱਥੇ ਘੜੀਐ ਸੁਰਤ ਮਤ ਮਨ ਬੁੱਧ। ਸਿੱਧੋ ਤਿੱਥੇ ਉਹਨਾਂ ਸਰਮਖੰਡੀ ਉਪਾਸਕ ਗੁਰਸਿੱਖਾਂ ਦੀ ਸੰਗਤ ਵਿੱਚ ਤੇ ਸੁਰਤ, ਚਿੱਤ, ਮਤ, ਮਦ, ਹੰਕਾਰ, ਮਨ ਤੇ ਬੁੱਧ ਇਹ ਘੜੇ ਜਾਂਦੇ ਨੇ। ਤੇ ਘੜੀ ਉਹ ਚੀਜ਼ ਜਾਂਦੀ ਹੈ ਜਿਵੇਂ ਲੱਕੜ ਨੂੰ ਕਿਉਂ ਘੜੀਦਾ ਵੀ ਉਹਦੇ ਜਿਹੜੀਆਂ ਖੁੰਗੀਆਂ ਨੇ ਆਲੇ ਦੁਆਲੇ ਦੁੱਖ ਦੇਣ ਵਾਲੀਆਂ, ਤੇ ਉਹਨੂੰ ਸਾਫ਼ ਕਰ ਦਿੱਤਾ ਜਾਵੇ, ਘੜ ਕੇ ਸਿੱਧਾ ਕਰ ਲਿਓ ਉਹਨੂੰ। ਜ਼ਿਮੀਂਦਾਰ ਖਾਲ ਘੜਦੇ ਹੈ, ਉਹਦੇ ਘਾਹ ਨਾ ਹੋਵੇ, ਪਾਣੀ ਨਹੀਂ ਲੰਘਣਾ, ਹਰੇਕ ਚੀਜ਼ ਨੂੰ ਘੜਨਾ। ਇਹ ਮਨ ਬੁੱਧ ਚਿੱਤ ਹੰਕਾਰ ਚਤੁਸ਼ਟੇ ਹੰਤੈ ਕਰਨ, ਇਹਨੂੰ ਸੁੱਧ ਕਰਨ ਰੂਪੀ ਘਾੜਤ ਘੜੀ ਜਾਂਦੀ ਹੈ। ਸੁਰਤ ਚਿੱਤ ਵਿੱਚ ਚਿਤਬਣੀ ਜਿਹੜੀ ਵਾਧੂ ਦੀ ਮਿਟ ਜਾਂਦੀ ਹੈ। ਮਤ ਭਾਵ 'ਚ ਹੰਕਾਰ ਮਿਟ ਜਾਂਦਾ ਹੈ। ਮਨ ਦੇ ਸੰਕਲਪ ਵਿਕਲਪ ਮਿਟ ਕੇ ਜਾਂਦੇ ਨੇ। ਬੁੱਧੀ ਆਤਮ ਪਛਾਣੀ ਹੋ ਜਾਂਦੀ ਹੈ। ਇਹੀ ਘਟਨਾ ਮਨ ਬੁੱਧ ਚਿੱਤ ਹੰਕਾਰ ਦਾ। ਤਿੱਥੇ ਉਸ ਅਵਸਥਾ 'ਚ ਸਰਮਖੰਡ ਉਪਾਸਨਾ, ਉਹਨਾਂ ਦੀ ਅਵਸਥਾ ਵਿੱਚ ਸਰਮਖੰਡੀ ਦੀ ਸੁਰਤ, ਚਿੱਤ, ਮਤ, ਹੰਕਾਰ, ਮਦ, ਮਨ ਤੇ ਬੁੱਧੀ ਚਤੁਸ਼ਟੇ ਅੰਤਹਿਕਰਨ ਨੂੰ ਸੁੱਧ ਘਾੜਤ ਘੜੀ ਜਾਂਦੀ ਹੈ। ਭਾਵ ਕਿ ਅੰਤਸ਼ਕਰਨ ਸ਼ੁੱਧ ਕਰ ਲਿਆ ਜਾਂਦਾ ਹੈ। ਜਿੱਥੇ ਘੜੀਐ ਸੁਰਾ ਸਿੱਧਾ ਕੀ ਸੁਧ। ਤਿੱਥੇ ਉਸ ਅਵਸਥਾ ਵਿੱਚ ਸਰਮਖੰਡੀ ਭਾਵ ਉਪਾਸਕ ਦੀ ਸੁਰਾਂ ਦੇਵਤਿਆਂ, ਸਿੱਧ ਸਿੱਧਾਂ, ਤੁਹਾਡੇ ਵਰਗੇ ਕਹਿੰਦੇ ਜਿਹੜੇ ਸਿੱਧ ਨੇ, ਉਹਨਾਂ ਵਰਗੀ ਸੁੱਧ ਸੁੱਧੀ ਪਵਿੱਤਰਤਾ, ਸੂਝ ਅਕਲ ਸਮਝ ਘੜੀ ਜਾਂਦੀ ਹੈ। ਇੱਥੇ ਉੱਥੇ ਉਹਨਾਂ ਸਰਮਖੰਡੀਆਂ ਦੀ ਸੰਗਤ ਕਰਕੇ ਜਗਿਆਸੂਆਂ ਦੀ ਸੁਰਾ ਦੇਵਤਿਆਂ ਤੇ ਸਿੱਧਾਂ ਵਾਲੀ ਸੁੱਧ ਸਮਝ ਭਾਵ ਗਿਆਤ ਪਵਿੱਤਰਤਾ ਸੁੱਧੀ ਘੜੀ ਜਾਂਦੀ ਹੈ। ਹੇ ਸਿੱਧੋ, ਤਿੱਥੇ ਉੱਥੇ ਉਸ ਅਵਸਥਾ ਵਿੱਚ ਉਹਨਾਂ ਦੀ ਸੰਗਤ ਵਿੱਚ ਜੋ ਮਨ ਦੀ ਸੁੱਧੀ ਭਾਵ ਪਵਿੱਤਰਤਾ ਘੜੀ ਜਾਂਦੀ ਹੈ ਨਾ, ਉਸ ਦੇ ਮੁਕਾਬਲੇ ਸੁਰ ਦੇਵਤੇ ਅਤੇ ਤੁਹਾਡੇ ਸਿੱਧ, ਇਹਨਾਂ ਦੀ ਸੁੱਧ ਪਵਿੱਤਰਤਾ ਕੀ ਹੈ? ਭਾਵ ਕੁਛ ਵੀ ਨਹੀਂ ਹੈ। ਕੀ ਹੈ ਇਹ? ਕੁਛ ਵੀ ਨਹੀਂ। ਕੀ ਸ਼ਬਦ ਹੈ ਨਾ, ਇਹ ਕੁਛ ਵੀ ਨਹੀਂ ਹੈ। ਤੋ ਇੱਥੋਂ ਤੱਕ ਸਰਮਖੰਡ ਦੀ ਅਵਸਥਾ ਜਿਹੜੀ ਉਪਾਸਕਾਂ ਤੇ ਪੰਜਵੀਂ ਭੂਮਿਕਾ ਅਸਲ ਸੰਗਤ ਦਾ ਵਰਣਨ ਕੀਤਾ ਹੈ। ਹੁਣ ਜਿਹੜੀ 35ਵੀਂ ਪੌੜੀ ਦੇ ਦੋ ਤੁਕਾਂ ਪਿੱਛੋਂ ਲੈ ਰਹੇ ਨੇ, ਜਿਵੇਂ ਪਹਿਲੇ ਅਰਥ ਵਿੱਚ ਦੋ ਤੁਕਾਂ ਦਾ ਅਰਥ ਪਿਛਲੀ ਪੌੜੀ ਦੇ ਅਨੁਸਾਰ ਕੀਤਾ ਗਿਆ ਹੈ। ਹੁਣ ਦੂਜੇ ਅਰਥ ਵਿੱਚ ਜਿਹੜਾ ਦੂਜਾ ਅਰਥ ਸੀ ਉਹਦੇ ਨਾਲ ਸੰਬੰਧ ਹੈ ਇਹਦਾ, ਨਹੀਂ ਫਿਰ ਉਹ ਝੰਜੇ 'ਚ ਪੈ ਜਾਂਦਾ ਵੀ ਇਹ ਕੀ ਗੱਲ ਹੈ, ਵੀ ਇਸ ਤਰ੍ਹਾਂ ਕੀ ਹੈ। ਤਾਂ ਦੱਸਿਆ ਦੂਜਾ ਅਰਥ 35ਵੀਂ ਪੌੜੀ ਦੇ ਦੂਜੇ ਅਰਥ ਨਾਲ, ਪਹਿਲਾ ਅਰਥ 35 ਪੌੜੀ ਦੇ ਪਹਿਲੇ ਉਹਦੇ ਨਾਲ ਭਾਵ ਦੇ ਨਾਲ, ਤੀਜਾ ਅਰਥ ਹੋਊਗਾ ਤੀਜੇ ਅਰਥ ਨਾਲ ਹੋਊਗਾ। ਸੋ ਇਸ ਪ੍ਰਕਾਰ ਨੂੰ ਦੂਜਾ ਅਰਥ ਕਥਨ ਕਰਦੇ ਹਾਂ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਕਹਿੰਦੇ ਹੈ ਭਾਈ ਗਿਆਨ ਖੰਡ ਦੀ ਅਵਸਥਾ ਮਹਿ ਵਿੱਚ, ਇਹ 35ਵੀਂ ਪੌੜੀ ਦਾ ਭਾਵ ਹੈ ਪਿਛਲੀ ਦਾ। ਗਿਆਨ ਖੰਡ ਕਥਨ ਕੀਤਾ ਜਾਂਦਾ ਹੈ। ਉਹ ਕੈਸਾ ਗਿਆਨ ਹੈ? ਜਿਵੇਂ ਨਾਨਾ ਪ੍ਰਕਾਰ ਦੇ ਸੰਸਾਰਕ ਗਿਆਨ, ਉਹਨਾਂ ਨੂੰ ਪਰ ਵਿਸ਼ੇਸ਼ ਕਰਕੇ ਚੰਡ ਦੇਈਦਾ ਹੈ ਤੇ ਖੰਡ ਦੇਈਦਾ ਹੈ। ਭਾਵ ਸਰੂਪ ਦੇ ਗਿਆਨ ਤੋਂ ਬਿਨਾਂ ਅਧਿਆਸਤ ਕਲਪਿਤ ਗਿਆਨ ਜਿਹੜਾ ਹੈ ਉਹ ਸਭ ਛੱਡ ਦੇਈਦੇ ਹਨ। ਇਸ ਪ੍ਰਕਾਰ ਜੇ ਤਿੱਥੈ ਨਾਦ ਮਨੋਦ ਕੋਡ ਆਨੰਦ। ਇਸ ਗਿਆਨ ਖੰਡ ਵਿੱਚ ਨਾਦ ਗੁਰ ਸ਼ਬਦ ਦੇ ਅਭਿਆਸ ਕਰਕੇ, ਨਾਦ ਕੀ ਕਿਹਾ? ਗੁਰ ਸ਼ਬਦ ਦੇ ਅਭਿਆਸ ਕਰਕੇ ਸਿੱਖ ਦਾ ਚਿੱਤ ਟਿਕ ਜਾਂਦਾ ਹੈ। ਉਹ ਫਿਰ ਪ੍ਰਭੂ ਸਰਗੁਣੀ ਵਿਨੋਦ ਕੌਤਕਾਂ ਦੇ ਆਤਮਾਕਾਰ ਬਿਰਤੀ ਵਿੱਚ ਪ੍ਰਾਪਤ ਹੋ ਜਾਂਦੇ ਨੇ। ਗਿਆਨਵਾਨਾਂ ਨਾਲੋਂ ਵੀ ਕਰੋੜਾਂ ਗੁਣਾ ਅਧਿਕ ਬ੍ਰਹਮਾਨੰਦ ਦੀ ਪ੍ਰਾਪਤੀ ਹੈ। ਉੱਥੇ ਬਾਕੀ ਦੇ ਸੰਸਾਰਕ ਆਨੰਦਾਂ ਦਾ ਅਭਾਵ ਹੀ ਹੋ ਜਾਂਦਾ ਹੈ। ਇਹ ਦੋਨਾਂ ਪੰਕਤੀਆਂ ਜਿਹੜੀਆਂ 35ਵੀਂ ਪੌੜੀ ਦੇ ਦੂਸਰੇ ਅਰਥ ਦੇ ਨਾਲ ਪਹਿਲਾਂ ਵੀ ਬੇਨਤੀ ਕਰੀਏ ਤਾਂ ਫਿਰ ਭੁਲੇਖਾ ਨਾਲ ਹੀ ਸਮਝ ਲੈਣਾ, ਉੱਥੇ ਜੋੜ ਕੇ ਅਰਥ ਕਰਨ। ਅੱਗੇ ਹੁਣ ਸਰਮਖੰਡ ਉਪਾਸਨਾ ਜਿਹੜੀ ਪੰਜਵੀਂ ਭੂਮਿਕਾ ਅਸੰਗ ਸੰਗਤ ਦਾ ਕਥਨ ਕਰਦੇ ਹਨ ਜੀ। ਸਰਮਖੰਡ ਕੀ ਬਾਣੀ ਰੂਪ। ਸਰਮ ਨਾਮ ਬੈਰਾਗ ਦਾ
ਜਿੱਥੇ ਲੱਜਾ ਸੀ ਅਰਥ ਹੈ ਨਾ, ਦੂਸਰਾ ਅਰਥ ਹੈ ਸਰਮ ਨਾਮ ਵੈਰਾਗ ਦਾ। ਮਹਾਂਪੁਰਖਾਂ ਨੂੰ ਜਦੋਂ ਸਰਮਖੰਡ ਵੈਰਾਗ ਵਾਲੇ ਸਰਮਖੰਡ ਦੀ ਪ੍ਰਾਪਤੀ ਹੁੰਦੀ ਹੈ, ਉਸ ਵੇਲੇ ਬ੍ਰਹਮ ਲੋਕ ਤੱਕ ਦੇ ਸਾਰੇ ਪਦਾਰਥ ਮਿਥਿਆ, ਝੂਠੇ, ਇਹ ਜਾਣ ਕੇ ਤਿਆਗ ਕਰਕੇ ਫਿਰ ਇੱਕ ਵਾਹਿਗੁਰੂ ਵਿੱਚ ਲਿਵ ਲਾ ਕੇ ਰੱਖਦੇ। ਜਗਿਆਸੂ ਦੇ ਤਾਂ ਹੀ ਫਿਰ ਉਹ ਜੋ ਵੀ ਬਾਣੀ ਬੋਲਦੇ ਆ ਜਗਿਆਸੂਆਂ ਨੂੰ, ਉਹ ਪ੍ਰਭੂ ਦੇ ਰੂਪ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬੋਲਦੇ ਆ। ਫਿਰ ਜੇ ਤਾਂ ਬੋਲਣ ਤੇ ਤਾਂ ਗਿਆਨ ਹੁੰਦਾ ਹੈ। ਜਿੱਥੈ ਘਾੜਤ ਘੜੀਐ ਬਹੁਤ ਅਨੂਪ, ਤਿੱਥੇ ਉਸ ਅਵਸਥਾ ਵਿੱਚ ਉਹ ਵੈਰਾਗਵਾਨ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀ ਕੀ ਪ੍ਰਾਪਤ ਹੁੰਦਾ ਹੈ? ਪ੍ਰਮਾਣਗਤ ਸੰਸੇ ਨੂੰ ਮੇਟਣ ਵਾਲੇ ਸਰਵਣ ਸਾਧਨ, ਇਹਦੇ ਨਾਲ ਪ੍ਰਮਾਣਗਤ ਸੰਸਾ ਪਿੱਛੇ ਦੱਸਿਆ ਨਾ, ਪ੍ਰਮਾਣਗਤ ਸੰਸਾ ਕੀ ਹੁੰਦਾ ਹੈ? ਉਹ ਸਾਰੇ ਵਿਚਾਰ ਪਿੱਛੇ ਆਖਦੀ ਹੈ। ਪ੍ਰਮੇਯਗਤ ਸੰਸਾ ਕੀ ਹੁੰਦਾ ਹੈ? ਵਿਪਰਜਾ ਸੰਸਾ ਕੀ ਹੁੰਦਾ ਹੈ? ਇਹ ਪਿੱਛੇ ਆ ਚੁੱਕੀਆਂ ਵਿਚਾਰਾਂ, ਵਾਰ-ਵਾਰ ਕਰਨ ਦੀ ਲੋੜ ਨਹੀਂ, ਸਿਮਰਤੀ ਵਿੱਚ ਰੱਖਣ ਦੀ ਲੋੜ ਹੈ। ਪ੍ਰਮਾਣਗਤ ਸੰਸੇ ਨੂੰ ਮੇਟਣ ਵਾਲੇ ਸਰਵਣ, ਪ੍ਰਮੇਯਗਤ ਸੰਸੇ ਨੂੰ ਮੇਟਣ ਵਾਲੇ ਮੰਨਣ, ਵਿਪਰਜੇ ਬੁੱਧੀ ਨੂੰ ਨਾਸ਼ ਕਰਨ ਵਾਲੇ ਨਿਧਿਆਸਨ, ਅਤੇ ਤਤ ਤੂੰ ਦੇ ਸੰਸ਼ੋਧਨ ਰੂਪ ਅਪਰੋਖ ਗਿਆਨ, ਜੀਵ ਈਸ਼ ਦੀ ਅਭੇਦਤਾ ਵਾਲਾ ਜਿਹੜਾ ਗਿਆਨ ਹੈ, ਅਭੇਦਤਾ ਰੂਪੀ ਬਹੁਤ ਹੀ ਅਨੂਪ ਸੁੰਦਰ ਉਪਮਾ ਤੋਂ ਰਹਿਤ, ਇਹ ਘਾੜਤ ਘੜੀ ਜਾਂਦੀ ਹੈ। ਤਾ ਕੀਆ ਗੱਲਾਂ ਕਸੀਆਂ ਨਾ ਜਾਹੇ, ਉਹਨਾਂ ਵੈਰਾਗਵਾਨ ਸਰਮਖੰਡੀਆਂ ਦੀਆਂ ਗੱਲਾਂ ਕਿਸੇ ਪਾਸੋਂ ਕਥੀਆਂ ਨਾ ਜਾਏ, ਕਥਨੀ ਦੇ ਵਿੱਚ ਨਹੀਂ ਆ ਸਕਦੀਆਂ ਹੈ। ਉਹਨਾਂ ਦੀ ਅਵਸਥਾ ਸਾਧ ਕੀ ਮਹਿਮਾ ਭੇਦ ਨਾ ਜਾਣੇ, ਕਥਨੀ ਦੇ ਵਿੱਚ ਨਹੀਂ ਆ ਸਕਦੀਆਂ, ਬੇਅੰਤੇ ਹੋ ਜਾਂਦੀਆਂ ਹਨ ਕਿ ਕੁਛ ਐਸੀਆਂ ਅਕਹਿ ਗੱਲਾਂ ਵਰਦੀਆਂ ਹਨ। ਪ੍ਰਿੰਸੀਪਲ ਗੰਗਾ ਸਿੰਘ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਉਹਨਾਂ ਦੇ ਵੇਲੇ ਉੱਥੇ ਆਇਆ ਮਸਤੂਆਣਾ ਸਾਹਿਬ, ਅਤੇ ਉਹਨੇ ਕਹਿੰਦੇ ਜੀ ਮੈਂ ਲੈਕਚਰ ਦਊਂਗਾ। ਲੈਕਚਰ ਦਿੰਦਾ ਸੀ, ਬੜਾ ਲੈਕਚਰਾਂ ਦੇ ਵਿੱਚ ਤਾਂ ਬੜਾ ਮਾਹਰ ਹੈ, ਬੜੇ ਬੜੇ ਵੀ ਅਸੀਂ ਸਭਾ ਵਿੱਚ ਕਿਵੇਂ ਬੋਲੀਏ, ਬੜੇ ਉਹਦੇ ਲੈਕਚਰ। ਟਾਈਮ ਦੇ ਦਿੱਤਾ ਉਹਨੂੰ, ਉਹ ਬੋਲਿਆ ਬ੍ਰਹਮ 'ਤੇ, ਅੱਧਾ ਘੰਟਾ ਬੋਲਿਆ, ਪੌਣਾ ਘੰਟਾ ਬੋਲਿਆ, ਅਤੇ ਮਹਾਂਪੁਰਖ ਸੰਗਤ ਦੇ ਵਿੱਚ ਉੱਥੇ ਬੈਠੇ ਸੀ, ਆ ਕੇ ਕਹਿਣ ਲੱਗੇ ਪ੍ਰਿੰਸੀਪਲ ਸਾਹਿਬ ਵੀ ਤੁਸੀਂ ਬੜਾ ਸੋਹਣਾ ਬੋਲਿਆ ਬ੍ਰਹਮ ਦੇ ਉੱਤੇ। ਉਹ ਹੋਰ ਫੁੱਲ ਗਿਆ ਵੀ ਸੰਤਾਂ ਨੇ ਐਡੇ ਵੱਡੇ, ਜਿੱਥੇ ਰਾਜੇ ਮਹਾਰਾਜੇ ਆ ਕੇ ਤਾਂ ਝੁਕਦੇ ਸੀ ਸੰਤ ਬਾਬਾ ਅਤਰ ਸਿੰਘ ਜੀ, ਹੰਕਾਰ ਥੋੜ੍ਹਾ ਜਿਹਾ ਹੋਰ ਤੇਜ਼ ਹੋ ਗਿਆ। ਅੱਗ ਦੇ ਵਿੱਚ ਲੱਕੜ ਪਾ ਦਈਏ ਨਾ, ਅੱਗ ਤੇਜ਼ ਹੋ ਜਾਂਦੀ ਹੈ, ਅਤੇ ਵਡਿਆਈ ਕਰ ਦਈਏ ਹੰਕਾਰੀ ਦੀ, ਉਹ ਹੋਰ ਤੇਜ਼ ਹੋ ਜਾਂਦਾ ਹੈ। ਅਤੇ ਮਹਾਂਪੁਰਸ਼ ਉਹ ਕਹਿੰਦਾ ਜੀ ਹਾਂ ਜੀ ਚਲੋ ਜੀ ਗੁਰੂ ਸਾਹਿਬ ਦੀ ਕਿਰਪਾ ਹੈ। ਕਹਿੰਦੇ ਵੀ ਮੈਂ ਇੱਕ ਥੋੜ੍ਹਾ ਜਿਹਾ ਸਵਾਲ ਹੈ ਪ੍ਰਿੰਸੀਪਲ ਤੁਹਾਡੇ ਤੋਂ, ਤੇ ਜਿਹੜੇ ਬ੍ਰਹਮ 'ਤੇ ਤੁਸੀਂ ਇੰਨਾ ਲੈਕਚਰ ਕੀਤਾ ਹੈ, ਕਹਿੰਦੇ ਤੁਸੀਂ ਦੇਖਿਆ ਹੈ ਉਹ? ਲੈ ਨਿੱਕਾ ਜਿਹਾ ਸਵਾਲ ਕੀਤਾ ਸੰਤ ਨੇ। ਕਹਿੰਦਾ ਨਹੀਂ ਜੀ। ਸੰਤ ਕਹਿੰਦੇ ਮੈਂ ਇੱਥੇ ਬੈਠੇ ਨੇ ਹਿਸਾਬ ਲਾ ਲਿਆ ਸੀ ਇਹ, ਵੀ ਕਬੀਰ ਸਾਹਿਬ ਨੇ ਕਿਹਾ ਕਹੋ ਕਬੀਰ ਸ਼ੂਛਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜਾ ਉਛਲ ਕੇ ਬਾਹਾਂ ਮਾਰ ਮਾਰ ਕੇ ਤੂੰ ਪ੍ਰਚਾਰ ਕਰਦਾ ਸੀ ਬ੍ਰਹਮ ਐਸਾ ਹੈ, ਬ੍ਰਹਮ ਐਸਾ, ਕਹਿੰਦੇ ਮੈਂ ਇੱਥੇ ਬੈਠੇ ਨੇ ਹਿਸਾਬ ਲੈ ਲਿਆ ਸੀ ਵੀ ਖਾਲੀ ਘੜਾ ਹੀ ਖੜਕਦਾ ਹੈ, ਦੇਖਿਆ ਤੂੰ ਕਿਹਾ ਨਹੀਂ। ਉਹ ਜਿੰਨਾ ਹੰਕਾਰ ਕੀ ਹੈ, ਮੈਂ ਆਹ ਜਿਹੜੀਆਂ ਗੱਡੀਆਂ ਚੱਲਦੀਆਂ ਨਾ, ਟਾਇਰਾਂ 'ਚ ਹਵਾ ਹੀ ਭਰੀ ਹੁੰਦੀ ਹੈ, ਟਿਊਬ ਫੁੱਲੀ ਪਈ ਹੁੰਦੀ ਹੈ ਉਹਦੇ ਨਾਲ, ਉਹ ਇੱਕ ਵਾਰੀ ਪੈਂਚਰ ਹੋ ਜਾ ਛੂੰ ਕੇ ਸਾਰੀ ਨਿਕਲ ਜਾਂਦੀ, ਗੱਡੀ ਉੱਥੇ ਹੀ ਖੜ ਜਾਂਦੀ। ਹੰਕਾਰ ਕੀ ਹੈ? ਅੰਦਰ ਇੱਕ ਐਵੇਂ ਨਾ ਹਵਾ ਜਿਹੀ ਉਹ ਭਰੀ ਹੋਈ ਹੈ, ਉਹ ਮਾੜਾ ਜਿਹੀ ਕਿਤੇ ਸਰਾਖ ਹੋ ਜਾਏ ਸਾਰੀ ਨਿਕਲ ਜਾਂਦੀ ਹੈ ਉਸ ਵੇਲੇ, ਹੰਕਾਰ ਕੱਢ ਦਿੰਦਾ ਮਹਾਰਾਜ। ਤੋ ਇਸ ਕਰਕੇ ਫਿਰ ਮਹਾਂਪੁਰਖਾਂ ਨੇ ਚੁੱਪ ਕਰਕੇ ਉਹ ਹੰਕਾਰ ਦੀ ਤਾਂ ਨਿਵਰਤੀ ਕਰ ਦਿੱਤੀ, ਉਹਦੇ ਭਾਗ ਜਾਗ ਪਏ। ਕਹਿੰਦਾ ਮਹਾਰਾਜ ਵੀ ਤੁਸੀਂ ਕਿਰਪਾ ਕਰਕੇ ਦਿਖਾ ਸਕਦੇ ਹੋ? ਸੰਤ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਦਿਖਾ ਸਕਦੇ ਆ, ਐ ਨਹੀਂ ਕਿ ਮੈਂ ਦਿਖਾ ਦੂੰ। ਸੰਤ ਕਹਿੰਦੇ ਚੰਗਾ ਐਂ ਕਰ, ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਕਹਿੰਦੇ ਸ਼ਬਦ ਦਾ, ਵਾਹਿਗੁਰੂ ਮੰਤਰ ਦਾ ਧਿਆਨ ਕਰ ਥੋੜ੍ਹਾ ਜਿਹਾ। ਕਹਿੰਦੇ ਜਦੋਂ ਉਹਨੇ ਕੀਤਾ, ਉਹ ਸਮਾਧੀ ਲੱਗ ਗਈ ਉਹਦੀ। ਮਹਾਂਪੁਰਖਾਂ ਨੇ ਆਪਣੀ ਕਮਾਈ ਦੇ ਵਿੱਚੋਂ ਕੋਈ ਕਿਣਕਾ ਬਖਸ਼ ਦਿੱਤਾ,
ਸਾਧ ਕੇ ਸੰਗ ਨਹੀਂ ਕੁਛ ਘਾਲ, ਦਰਸ਼ਨ ਪੇਟ ਤੋ ਹੋਤ ਨਿਹਾਲ। ਉਹ ਅਵਸਥਾ ਬਣ ਗਈ। ਤੇ ਜਿਸ ਵੇਲੇ ਫਿਰ ਸੰਤਾਂ ਨੇ ਆਪਣੀ ਉਹ ਕਲਾ ਸੀ ਜਿਹੜੀ ਜਿਹਦੇ ਕਰਕੇ ਆਨੰਦ ਆ ਰਿਹਾ ਸੀ, ਖਿਚਲੀ, ਪ੍ਰਿੰਸੀਪਲ ਕਹਿੰਦੇ ਗੰਗਾ ਸਿੰਘ ਦਾ ਇਹੋ ਜਿਹਾ ਪਹਿਲੀ ਵਾਰ ਇਹਦੀਆਂ ਅੱਖਾਂ 'ਚੋਂ ਪਾਣੀ ਵਿਰਾਗ ਦਾ ਆਇਆ ਤੇ ਮਹਾਂਪੁਰਖਾਂ ਦੇ ਚਰਨਾਂ 'ਤੇ ਝੁਕ ਕੇ ਕਹਿਣ ਲੱਗਾ, ਮਹਾਂਪੁਰਖੋ ਬਸ ਕਹਿੰਦੇ ਕੁਝ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਐਸੀਆਂ ਨੇ ਜਿਹੜੀਆਂ ਅਰਥ ਪੜ੍ਹਨ ਦੇ ਨਾਲ ਨਹੀਂ ਸਮਝ ਆਉਂਦੀ, ਪ੍ਰਤੱਖ ਹੀ ਦੇਖ ਲਿਆ ਅੱਜ ਤਾਂ। ਕਹਿੰਦੇ ਕੀ ਦੇਖ ਲਿਆ ਤੈਂ, ਐਵੇਂ ਨਾ ਰੌਲਾ ਪੰਜ। ਕਹਿੰਦਾ ਜੀ ਸਾਧ ਕੀ ਮਹਿਮਾ ਵੇਦ ਨਾ ਜਾਣੇ, ਇੱਥੇ ਇਹ ਅਵਸਥਾ ਦਾ ਕਥਨ ਵਿੱਚ ਆ ਹੀ ਨਹੀਂ ਜਾ। ਕਹਿੰਦੇ ਕਿਹਾ ਜਾ ਬ੍ਰਹਮ ਦੱਸ। ਕਹਿੰਦਾ ਜੀ ਹੁਣ ਝਗੜਾ ਹੀ ਇਹ ਹੈ, ਜਦੋਂ ਪਤਾ ਨਹੀਂ ਸੀ ਉਦੋਂ ਮੈਂ ਦੱਸ ਸਕਦਾ ਸੀ, ਹੁਣ ਮੈਨੂੰ ਪਤਾ ਲੱਗ ਗਿਆ ਕਹਿੰਦੇ ਹੁਣ ਮੈਂ ਦੱਸ ਨਹੀਂ ਸਕਦਾ। ਹੁਣ ਕਬੀਰ ਦੀ ਤੁਕ ਪੜ੍ਹ ਸਕਦਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਹੁਣ ਕਿਹਾ ਨਹੀਂ ਜਾ ਸਕਦਾ ਮਹਾਰਾਜ। ਸੋ ਅੱਗੇ ਦੱਸਦੇ ਹਨ, ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਭਾਈ ਕਹਿਣ ਦਾ ਯਤਨ ਕਰੇਗਾ ਮੈਂ ਪਛਤਾਉਣਾ ਹੀ ਪਏਗਾ, ਫਿਰ ਪਛਤਾਵਾ ਹੀ ਹੋਊਗਾ ਕਿ ਉਹ ਕਥਨ ਕਰ ਦੂੰਗਾ, ਪੂਰਾ ਨਹੀਂ ਕਥਨ ਕਰ ਸਕਦਾ। ਪ੍ਰਸ਼ਨ ਸਿੱਧਾ ਨੇ ਫਿਰ ਕੀਤਾ, ਕਹਿੰਦੇ ਮਹਾਰਾਜ ਫਿਰ ਇੱਕ ਸਵਾਲ ਹੋਰ ਹੈ ਸਾਡਾ। ਦੇਖੋ ਕਿੰਨਾ ਸੋਹਣਾ ਸਵਾਲ ਕਰਨ ਲੱਗੇ ਸਿੱਧ। ਸੁਧਰੇ ਹੋਏ ਮਨ ਦੇ ਸੁਧਰੇ ਹੋਏ ਸਵਾਲ ਜਵਾਬ ਹੁੰਦੇ ਆ, ਸਵਾਲ ਸੁਧਰਿਆ ਹੋਇਆ। ਕਹਿੰਦੇ ਜੇ ਕੋਈ ਸ਼ਰਧਾ ਦੇ ਸਹਿਤ ਕਥਨੀ ਕਰਨਾ ਚਾਹੇ, ਉਪਮਾ ਕਰਨਾ ਚਾਹੇ, ਕਥਨੀ ਕਰਨਾ ਚਾਹੇ ਸ਼ਰਧਾ ਦੇ ਸਹਿਤ, ਫਿਰ ਉਹ ਵੀ ਨਹੀਂ ਕਰ ਸਕਦਾ। ਦੇਖੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਪਿੱਛੋਂ ਲੈਣੀਆਂ ਪੈਂਦੀ। ਕਹਿੰਦੇ ਭਾਈ ਜਿਨ੍ਹਾਂ ਨੇ ਸ਼ਰਧਾ ਸਹਿਤ ਹੋ ਕੇ ਤਾਂ ਕੀਆਂ, ਉਹਨਾਂ ਦੀਆਂ ਗੱਲਾਂ ਕਥੀਆਂ ਕਥਨ ਕੀਤੀਆਂ ਨੇ, ਭਾਵ ਉਹਨਾਂ ਦੀ ਉਪਮਾ ਕੀਤੀ ਹੈ ਉਹਨਾਂ ਸਤਿਪੁਰਸ਼ਾਂ ਦੀ। ਉਹ ਕਥਨੀ ਕਰਨ ਵਾਲੇ ਨਾ ਜਾਹੇ, ਜੂਨਾਂ ਵਿੱਚ ਨਹੀਂ ਜਾਣਗੇ, ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਣਗੇ। ਉਹ ਮਹਾਂਪੁਰਖਾਂ ਦੀ ਉਪਮਾ ਜਿਨ੍ਹਾਂ ਨੇ ਕੀਤੀ ਹੈ ਉਹ ਮੁਕਤ ਹੋ ਜਾਂਦੇ ਨੇ। ਜੇ ਕੋ ਕਹੈ ਪਿੱਛੇ ਪਛਤਾਏ, ਜਿਹੜਾ ਕੋਈ ਉਹਨਾਂ ਦੀ ਸਰਮਖੰਡ ਵੈਰਾਗਵਾਨ ਮਹਾਂਪੁਰਖਾਂ ਦੀ ਉਪਮਾ ਕਹੇ ਕਹਿੰਦੇ ਨੇ, ਉਹਨਾਂ ਸ਼ਰਧਾਵਾਨ ਕਥਨੀ ਕਰਨ ਵਾਲਿਆਂ ਦੇ ਸਾਰੇ ਪਛਤਾਵੇ ਪਿੱਛੇ ਪੈ ਜਾਂਦੇ ਨੇ, ਨਿਵਰਤ ਹੋ ਜਾਂਦੇ ਨੇ। ਉਹਨਾਂ ਨੂੰ ਕਦੇ ਕਿਸੇ ਗੱਲੋਂ ਪਛਤਾਵਾ ਨਹੀਂ ਕਰਨਾ ਪੈਂਦਾ। ਫਿਰ ਨਿੰਦਕਾਂ ਨੂੰ ਪਛਤਾਵੇ ਕਰਨੇ ਪੈਂਦੇ, ਜਿਹੜੇ ਮਹਾਂਪੁਰਖਾਂ ਦੇ ਨਿੰਦਕ ਨੇ। ਉਸਤਤ ਕਰਨ ਵਾਲਿਆਂ ਦੇ ਪਛਤਾਵੇ ਪਿੱਛੇ ਪੈ ਜਾਂਦੇ ਨੇ ਤੇ ਉਹਨਾਂ ਦਾ ਜੀਵਨ ਆਨੰਦਮਈ ਬਣ ਜਾਂਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੇ ਉਸ ਅਵਸਥਾ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਉਸ ਅਵਸਥਾ 'ਚ ਉਹਨਾਂ ਵੈਰਾਗਵਾਨਾਂ ਦੀ ਸੰਗਤ ਵਿੱਚ ਸੁਰਤ ਗਿਆਤ ਤੇ ਗਿਆਤ ਵਿੱਚ ਸਰਵਣ ਸਾਧਨ, ਗੁਰੂ ਜੀ ਦੀ ਮੱਤ ਸਿੱਖਿਆ ਮੰਨਣ ਰੂਪ ਸਾਧਨ, ਮਨ ਦੇ ਚ ਨਿਧਿਆਸਨ ਸਾਧਨ, ਬੁੱਧ ਬੁੱਧੀ ਵਿੱਚ ਤਤ ਤੋਂ ਹੀ ਪਾਦਾ ਸੁਸ਼ੋਧਨ। ਬੋਧ ਘੜੀਆ ਘੜਿਆ ਜਾਂਦਾ ਹੈ, ਭਾਵ ਇਹ ਸਾਰੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਹੇ ਗੁਰਸਿੱਖੋ, ਮਹਾਰਾਜ ਨਾਲ ਗੁਰਸਿੱਖਾਂ ਨੂੰ ਵੀ ਵਿਦੇਸ਼ ਦਿੱਤਾ ਹੈ ਨਾ ਕਰਤਾਰ ਸਾਹਿਬ। ਤਿੱਥੇ ਉਸ ਅਵਸਥਾ ਵਿੱਚ ਸਰਮਖੰਡ ਭਾਵ ਵੈਰਾਗਮਈ ਅਵਸਥਾ ਜਿਹੜੀ ਕਥਨ ਹੋ ਰਹੀ ਹੈ, ਇਸ ਦੇ ਵਿੱਚ ਇਹਨਾਂ ਵੈਰਾਗਵਾਨਾਂ ਦੀ ਸੰਗਤ ਵਿੱਚ ਸੁਰਾਂ ਦੇਵੀ ਸੰਪਦਾ, ਸਿੱਧਾਂ ਦਾ ਅਰਥ ਹੈ ਇੱਥੇ ਪ੍ਰਾਪਤੀ ਹੋ ਜਾਂਦੀ ਦੇਵੀ ਸੰਪਦਾ ਦੀ, ਅਥਵਾ ਮੁਕਤੀ ਦੀ ਸੁੱਧ ਗਿਆਤ ਘੜੀਆ ਘੜੀ ਜਾਂਦੀ ਹੈ ਵੀ ਮੁਕਤੀ ਕਿਵੇਂ ਮਿਲੇਗੀ। ਸਿੱਧਾ ਮੁਕਤ ਪੁਰਸ਼ਾਂ ਦੀ ਸ਼ਲੋਕ ਸਮੀਪ ਸਰੂਪ ਸਵਯਜ, ਇਹ ਚਾਰ ਮੁਕਤੀਆਂ ਦੀ ਸੁੱਧ ਗਿਆਤ ਘੜੀ ਜਾਂਦੀ ਹੈ। ਉਹ ਇਸ ਪ੍ਰਕਾਰ ਸਮਝ ਲੈਂਦੇ ਨੇ ਕਿ ਇਹ ਅਵਸਥਾ ਤਾਂ ਸਰਗੁਣ ਅਵਸਥਾ ਹੀ ਹੈ। ਇਸ ਢੰਗ ਨਾਲ ਦੇਵੀ ਸੰਪਦਾ ਨੂੰ ਧਾਰ ਕੇ ਸਿੱਧਾ ਮੁਕਤ ਪੁਰਖਾਂ ਤੋਂ ਸੁੱਧ ਸਰੂਪ ਦੀ ਪ੍ਰਾਪਤੀ ਦੀ ਗਿਆਤ ਸਮਝ ਕੜੀ ਜਾਂਦੀ ਹੈ। ਤੋ ਇਸ ਪ੍ਰਕਾਰ ਫਿਰ ਤੀਸਰੇ ਅਰਥ ਦੇ ਵਿੱਚ ਬ੍ਰਹਮ ਵੇਤਿਆਂ ਬਾਰੇ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੁਣੋ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਉਹਨਾਂ ਬ੍ਰਹਮ ਵੇਤਿਆਂ ਨੂੰ ਇਹ ਫਿਰ ਉਸੇ ਤਰ੍ਹਾਂ ਤੀਸਰੇ ਅਰਥ ਦਾ 35ਵੀਂ ਪੌੜੀ ਦੇ ਤੀਸਰੇ ਅਰਥ ਨਾਲ ਸੰਬੰਧ ਹੈ। ਪਹਿਲਾਂ ਵੀ ਬੇਨਤੀ ਕੀਤੀ, ਪਹਿਲੇ ਅਰਥ ਦਾ ਇਹ ਦੋ ਤੁਕਾਂ ਜਿਹੜੀਆਂ ਪਹਿਲੇ ਅਰਥ ਨਾਲ ਸੰਬੰਧ,
ਤੇ 35ਵੀਂ ਪੌੜੀ ਦਾ ਜਿਹੜਾ ਪਹਿਲਾ ਅਰਥ ਸੀ, ਦੂਜੇ ਅਰਥ ਦਾ ਇਹਨਾਂ ਦੋਨਾਂ ਤੁਕਾਂ ਦਾ ਦੂਜੇ ਅਰਥ ਨਾਲ ਸੰਬੰਧ, ਹੁਣ ਤੀਸਰੇ ਅਰਥ ਦਾ ਇਹਨਾਂ ਦੋਨਾਂ ਤੁਕਾਂ ਦਾ 35ਵੀਂ ਪੌੜੀ ਦੀਆਂ ਤੇ ਉਹਦੇ ਨਾਲ ਸੰਬੰਧ ਸਮਝਣਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਉਹਨਾਂ ਬ੍ਰਹਮ ਬੇਤਿਆਂ ਨੂੰ ਉਸ ਅਵਸਥਾ ਮਹਿ ਕੀ ਵਿੱਚ ਜੋ ਅਖੰਡ ਗਿਆਨ ਦੀ ਪ੍ਰਾਪਤੀ, ਇੱਕ ਰਸ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜੋ ਖੰਡ ਕੱਟਿਆ ਨਹੀਂ ਜਾਂਦਾ, ਉਹ ਗਿਆਨ ਪਰ ਵਿਸ਼ੇਸ਼ ਕਰਕੇ, ਪਰ ਦਾ ਅਰਥ ਹੈ ਵਿਸ਼ੇਸ਼, ਚੰਡ ਦਾ ਅਰਥ ਹੈ ਤਿੱਖਾ, ਪ੍ਰਚੰਡ ਦੇ ਅਰਥ ਨੇ ਇਹ। ਤੇ ਭਾਵ ਕੀ ਹੈ ਵੀ ਵਿਸ਼ੇਸ਼ ਗਿਆਨ ਹੈ, ਭਾਵ ਅਪਰੋਕਸ਼ ਬ੍ਰਹਮ ਗਿਆਨ ਹੋ ਗਿਆ, ਪ੍ਰਤੱਖ ਸਖਿਆਤਾਕਾਰ ਵਾਲਾ ਗਿਆਨ ਹੋ ਗਿਆ ਹੈ। ਜਥਾ ਆਦ ਵਿਨੋਦ ਕੋਡ ਆਨੰਦ, ਜਿਹੜੇ ਨਾਦ ਸੰਸਾਰ ਦੇ ਗਾਣੇ ਆ, ਕਈ ਭਾਈ ਅੰਮ੍ਰਿਤਧਾਰੀ ਵੀ ਤੇ ਬਿਹੰਗਮੀ ਲਾਈਨ 'ਚ ਵੀ ਵਿਦਿਆਰਥੀ ਰੂਪ ਦੇ ਵਿੱਚ ਹੀ ਗਾਣਿਆਂ ਦਾ ਸ਼ੌਕ ਹੋ ਜਾਂਦਾ ਹੈ। ਉਹ ਓਲੇ ਚੂਰੀ ਸੁਣਦੇ ਆ ਵੀ ਜੇ ਕਿਸੇ ਨੇ ਦੇਖ ਲਿਆ ਫਿਰ ਬੇਇੱਜ਼ਤੀ ਹੋਊਗੀ ਜਾਂ ਘੂਰ ਕੱਪ ਹੋਊਗੀ, ਉਹ ਚੋਰੀ ਚੋਰੀ ਹੱਲਾ ਮਾਰ ਜਾਂਦੇ ਆ। ਹੈ ਕੀ ਇਹ ਬਹੁਤ ਮਾੜੀ ਆਦਤ ਹੈ। ਉਹਨਾਂ ਬ੍ਰਹਮ ਬੇਤਿਆਂ ਨੂੰ ਕਹਿੰਦੇ ਕਿ ਐਸਾ ਆਨੰਦ ਪ੍ਰਾਪਤ ਹੁੰਦਾ ਹੈ, ਸੰਸਾਰ ਦੇ ਜਿਹੜੇ ਗਾਣਿਆਂ ਦਾ ਲੋਕ ਆਨੰਦ ਲੈਂਦੇ ਹਨ, ਲੋਕਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ, ਜਾਂ ਵਿਨੋਦ ਦੁਨਿਆਵੀ ਕੌਤਕ, ਨਾਚ ਦੇਖਣੇ, ਫਿਲਮਾਂ ਦੇਖਣੀਆਂ ਤੇ ਤਮਾਸ਼ੇ ਕਈ ਤਰ੍ਹਾਂ ਦੇ ਦੇਖਣੇ, ਇਹਨਾਂ 'ਚੋਂ ਆਨੰਦ ਪ੍ਰਾਪਤ ਕਰਨਾ, ਜਿਨ੍ਹਾਂ ਕਰਕੇ ਪ੍ਰਮਾਤਮਾ ਦਾ ਨਾਮ ਭੁੱਲਦਾ ਹੈ, ਪ੍ਰਮਾਤਮਾ ਦਾ ਨਾਮ ਵਿਸਰਦਾ ਹੈ। ਕੌਤਕ ਕੋੜ ਤਮਾਸਿਆਂ ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਥੋਈ ਥਾਉ। ਇਹ ਗਾਣਾ ਸੁਣਨ ਵਾਲੇ ਜਿਹੜੇ ਵਿਦਿਆਰਥੀ ਹੋ ਕੇ ਉਹਦੇ ਮੂੰਹ 'ਤੇ ਚਪੇੜ ਨਹੀਂ ਤਾਂ ਹੋਰ ਕੀ ਹੈ ਭਾਈ। ਜੇ ਐਵੇਂ ਛਿੱਤਰ ਖਾ ਕੇ ਕਿਸੇ ਨੇ ਕਹਿਣਾ ਵੀ ਛਿੱਤਰ ਤਾਂ ਨਹੀਂ ਸੀ, ਮੌਜੇ ਹੀ ਸੀ, ਉਹਦਾ ਮੌਜਾ ਛੋਟਾ ਹੁੰਦਾ, ਉਹ ਤਾਂ ਬੇਸ਼ਰਮੀ ਦੀ ਗੱਲ ਹੈ। ਫਿਰ ਗੁਰਬਾਣੀ ਕਸ ਕਸ ਕੇ ਚਪੇੜਾਂ ਮਾਰਦੀ ਹੈ। ਆ ਸੁਥਰਾ ਇੱਕ ਵਾਰੀ ਨਾ ਮਹਾਰਾਜ ਦੀ ਸਭਾ ਦੇ ਵਿੱਚ ਬੜੇ ਚੋਜ ਸੀ ਇਹਦੇ ਵੀ ਗੁਰਮੁਖ ਤੇ, ਮਹਾਰਾਜ ਕਰੀ ਨੂੰ ਪਿੱਠ ਕਰਕੇ ਬੈਠ ਗਿਆ। ਸਾਰੇ ਲੋਕ ਹੈਰਾਨ, ਮਹਾਰਾਜ ਨੂੰ ਪਤਾ ਸੀ ਵੀ ਇਹ ਕੁਝ ਕਰੂਗਾ, ਅੱਜ ਪਿੱਠ ਕਰਕੇ ਬੈਠ ਗਿਆ। ਸਾਰੇ ਸਿੱਖਾਂ ਨੇ ਇਤਰਾਜ਼ ਕੀਤਾ, ਕਹਿੰਦੇ ਮਹਾਰਾਜ ਵੀ ਇਹ ਪਿੱਠ ਕਰਕੇ ਬਹਿ ਗਿਆ। ਮਹਾਰਾਜ ਕਹਿੰਦੇ ਸੁਥਰਿਆ ਉੱਠ, ਪਿੱਠ ਕਰ ਬੈਠੇ। ਕਹਿੰਦਾ ਜੀ ਹੋਰ ਜੀ ਕੀ ਕਰਾਂ? ਕਹਿੰਦੇ ਕਿਉਂ? ਕਹਿੰਦਾ ਜਿਹੜੀ ਤੁਸੀਂ ਮੁੱਖੋਂ ਬਾਣੀ ਬੋਲਦੇ ਹੋ, ਚਪੇੜਾਂ ਇੰਨੀਆਂ ਵੱਜੀਆਂ, ਕਹਿੰਦੇ ਮੂੰਹ ਤੇ ਤਾਂ ਖਾ ਨਹੀਂ ਹੁੰਦੇ, ਪਿੱਠ ਤੇ ਖਾ ਹੋ ਸਕਦੀਆਂ ਨੇ। ਕਹਿੰਦੇ ਪਿੱਠ ਕਰਕੇ ਤਾਂ ਬੈਠਾ ਹੈ, ਬਾਣੀ ਚਪੇੜਾਂ ਮਾਰਦੀ ਹੈ, ਜਿਹਨੂੰ ਲੱਗਦੀ ਹੈ ਗੱਲ ਉਹ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਜਾਣ ਕੇ ਗੁਰਮੁਖ ਸੰਸਾਰਕ ਆਨੰਦ ਦਾ ਤਿਆਗ ਕਰ ਦਿੰਦੇ ਹੈ, ਤੇ 33 ਅਵਸਥਾ ਵਿੱਚ ਉਹਨਾਂ ਨੂੰ ਗੁਰਮੁਖਾਂ ਨੂੰ ਸੰਸਾਰਕ ਆਨੰਦ ਨੂੰ ਕੋੜ ਆਨੰਦ, ਕਰੋੜਾਂ ਗੁਣ ਵੱਧ ਆਨੰਦ ਸਰੂਪ ਦੀ ਸਿਖਿਆਤਾ ਦਾ ਹਰ ਸਵੇ ਪ੍ਰਾਪਤ ਹੁੰਦਾ ਹੈ। ਇਹਨਾਂ ਦੋ ਤੁਕਾਂ ਦੇ ਪਿਛਲੀ 35ਵੀਂ ਪੌੜੀ ਦੇ ਨਾਲ ਅਰਥ ਸਮਝਣਾ। ਹੁਣ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਸੁਣੋ ਜੀ। ਸਰਮਖੰਡ ਕੀ ਬਾਣੀ ਰੂਪ। ਸੰਸਕ੍ਰਿਤ ਵਿੱਚ ਸਰਮ ਦਾ ਨਾਮ ਸੁਖ ਹੈ। ਜਿਨ੍ਹਾਂ ਨੂੰ ਪਰਮ ਸੁਖ ਰੂਪੀ ਅਖੰਡ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਉਹਨਾਂ ਦੀ ਸਰੀਰ ਦੀ ਬਾਣੀ ਬਨਾਵਟ ਤੇ ਉਹ ਵੀ ਵਾਹਿਗੁਰੂ ਦੇ ਰੂਪ ਸਰੂਪ ਦੀ ਬਣ ਜਾਂਦੀ ਹੈ। ਉਹ ਉਲਟ ਕੇ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ। ਜਿਨ ਜਾਤਾ ਸੋ ਤਿਸੀ ਹੀ ਦੇਹ। ਜਿਹੜੇ ਗੁਰਮੁਖ ਸਰਮਖੰਡ ਸਰੂਪ ਦੇ ਖੰਡ ਵਿੱਚ ਪਹੁੰਚਦੇ ਹੈ, ਪ੍ਰਮਾਤਮਾ ਦੇ ਸਰੂਪ ਰੂਪ ਖੰਡ, ਤੇ ਜਿਨ੍ਹਾਂ ਨੂੰ ਬ੍ਰਹਮਾਨੰਦ ਦਾ ਸਰਮ ਕੀ ਸੁਖ ਪ੍ਰਾਪਤ ਹੋਇਆ ਹੈ, ਉਹਨਾਂ ਦੀ ਬਾਣੀ ਰੂਪ ਮਨ ਦੀ ਸਫਾਈ ਕਰਨ ਵਾਲੀ ਹੈ। ਜਦੋਂ ਉਹ ਬੋਲਦੇ ਨਾ, ਮਨ ਦੇ ਸਾਰੇ ਵਿਕਾਰ ਮੇਟਦੇ ਹੈ। ਉਹਨਾਂ ਨੇ ਕਾਮ ਆਦਿਕ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਖੰਡ ਦਿੱਤੇ ਹੈ। ਖੰਡ ਸ਼ਬਦ ਨੇ ਖੰਡ ਦਿੱਤੇ, ਨਾਸ ਕਰ ਦਿੱਤੇ। ਤੇ ਉਹਨਾਂ ਦੇ ਅੱਗੇ ਜਿਹੜੇ ਆਕਾਰ ਨੇ, ਜਿਵੇਂ ਸੇਵਕਾਂ ਨੂੰ ਆਕਾਰ ਦਿਸਦੇ ਹੈ, ਇਹ ਹਟ ਜਾਂਦੇ ਨੇ। ਕੇਵਲ ਬਾਣੀ ਰੂਪ ਹੀ, ਸ਼ਬਦ ਹੀ ਪ੍ਰਗਟ ਹੋ ਜਾਂਦਾ ਹੈ, ਵਾਹਿਗੁਰੂ ਦੀ ਉਹ ਪ੍ਰਤੀਤੀ ਹੁੰਦੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਬਾਣੀ ਰੂਪ ਹੋ ਜਾਂਦੇ ਨੇ। ਕਿਉਂਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਹਿਬ ਆਪ ਹੀ ਬਾਣੀ ਰੂਪ ਹੋ ਜਾਂਦੇ ਨੇ।
ਬਾਣੀ ਜਪਦੇ ਜਪਦੇ ਬਾਣੀ ਦਾ ਰੂਪ, ਬਾਣੀ ਦੇ ਜਿਹੜੇ ਗੁਣ ਉਹ ਸਾਰੇ ਵਿੱਚ ਆ ਜਾਂਦੇ ਨੇ, ਇਹ ਸਰੂਪ ਬਣ ਜਾਂਦੇ ਹਨ। ਜਿੱਥੈ ਘਾੜਤ ਘੜੀਐ ਬਹੁਤ ਅਨੂਪ। ਉਹਨਾਂ ਤਤ ਵੇਤਿਆਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਿਹੜੇ ਜਗਿਆਸੂ ਜਾਂਦੇ ਨੇ, ਉਹਨਾਂ ਦੀ ਸੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਆਦਿ ਜਿਹੜੀਆਂ ਸੱਤ ਭੂਮਿਕਾ ਦੀ ਪ੍ਰਾਪਤੀ ਰੂਪ ਬ੍ਰਹਮ ਵਿਦਿਆ ਹੈ, ਇਹ ਸੱਤ ਭੂਮਿਕਾ ਦੀ ਇਹਨੂੰ ਕਹਿੰਦੇ ਬ੍ਰਹਮ ਵਿਦਿਆ। ਸੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਸਤਵਾਪਾਤਕ ਅਸੰਸਗਤ ਪਦਾਰਥ ਭਾਵਨੀ ਤੁਰਿਆ, ਇਹ ਕੀ ਹੈ? ਬ੍ਰਹਮ ਵਿਦਿਆ। ਬ੍ਰਹਮ ਵਿਦਿਆ ਦੀ ਘਾੜਤ ਅਨੂਪ ਉਪਮਾ ਤੋਂ ਰਹਿਤ ਬਹੁਤ ਸੁੰਦਰ ਕਰੀ ਜਾਂਦੀ ਹੈ। ਇਸ ਅਵਸਥਾ ਵਿੱਚ ਉਹਨਾਂ ਦੀ ਸਤਸੰਗਤ ਵਿੱਚ ਬ੍ਰਹਮ ਗਿਆਨ ਨੂੰ ਜਾਂ ਬ੍ਰਹਮ ਗਿਆਨ ਰੂਪ ਗਹਿਣਿਆਂ ਦੀ ਅਨੂਪ ਉਪਮਾ ਤੋਂ ਰਹਿਤ ਘਾੜਤ ਕਰੀ ਜਾਂਦੀ ਹੈ। ਦ੍ਰਿਸ਼ਟਾਂਤ ਨਾਲ ਜ਼ਿਆਦਾ ਸਮਝ ਆਊਗੀ ਗੱਲ। ਜਿਵੇਂ ਬਾਦਸ਼ਾਹ ਦੇ ਕੋਲ ਤਿੰਨ ਤਰ੍ਹਾਂ ਦੀ ਕਰੰਸੀ ਜਿਹੜੀ ਆ ਉਹਦਾ ਰੂਪ ਤਿਆਰ ਕੀਤਾ ਜਾਂਦਾ ਹੈ। ਉਸ ਜਿਹੜੀ ਜਗ੍ਹਾ ਤੋਂ ਬੈਠ ਕੇ ਕਰੰਸੀ ਘੜੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਟਕਸਾਲ। ਜੇ ਕੋਈ ਕਹੇ ਟਕਸਾਲ ਕੀ ਹੁੰਦੀ ਹੈ, ਤੇ ਬਹੁਤ ਸਾਰੇ ਇਹ ਦਾਅਵਾ ਕਰਦੇ ਆ ਜੀ ਮੈਂ ਇਸ ਟਕਸਾਲ ਦੇ ਵਿੱਚ, ਮੈਂ ਇਸ ਟਕਸਾਲ ਦੇ ਵਿੱਚ, ਤੇ ਅਹੰ ਭਾਵ ਵੀ ਫੁਰਦਾ ਹੈ, ਤੇ ਬਹੁਤ ਕਿਸਮ ਦੀਆਂ ਟਕਸਾਲਾਂ ਹੈ। ਤੇ ਟਕਸਾਲ ਦਾ ਅਰਥ ਕੀ ਹੈ? ਟਕਸਾਲ ਸ਼ਬਦ ਇੱਕ ਹੈ। ਹਰ ਬਾਦਸ਼ਾਹ ਦੇ ਕੋਲ ਇੱਕ ਟਕਸਾਲ ਹੁੰਦੀ ਸੀ, ਤੇ ਸਾਰਿਆਂ ਮੁਲਕਾਂ ਦੇ ਵਿੱਚ। ਔਰ ਮੈਂ ਉਸ ਟਕਸਾਲ ਦੇ ਵਿੱਚ ਜਾ ਕੇ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਹੈ। ਟਕਸਾਲ ਦਾ ਅਰਥ ਕੀ ਹੈ? ਟਕ ਜਮਾ ਸਾਲ। ਟਕ ਨਾਮ ਟਕਿਆਂ ਦਾ ਹੁੰਦਾ ਹੈ। ਟਕ ਦਾ ਅਰਥ ਹੈ, ਦੋ ਸ਼ਬਦ ਨੇ, ਇੱਕ ਟਕ ਹੈ, ਇੱਕ ਸਾਲ ਹੈ। ਟਕ ਨਾਮ ਟਕੇ ਦਾ, ਤੇ ਸਾਲ ਦਾ ਅਰਥ ਹੈ, ਸੱਸੇ ਨੂੰ ਕੰਨਾ ਲੱਗਿਆ ਹੋਇਆ, ਆਲ ਆਲਾ, ਸੱਸਾ ਸਹਿਤ। ਟਕਿਆਂ ਦੇ ਸਹਿਤ ਘਰ ਜਿੱਥੇ ਟਕੇ ਘੜੇ ਜਾਂਦੇ ਹਨ, ਟਕ ਜਮਾ ਸਾਲ, ਟਕਸਾਲ। ਉਹਦੇ 'ਚ ਜਿਵੇਂ ਰੁਪਏ ਤੇ ਉਹਨਾਂ ਦਾ ਘਰ, ਇਹ ਤਿੰਨ ਪ੍ਰਕਾਰ ਦੀ ਕਰੰਸੀ ਹੁੰਦੀ ਸੀ ਗੁਰਮੁਖੋ ਪਿਛਲੇ ਸਮੇਂ ਦੇ ਅੰਦਰ। ਤਾਂਬੇ ਦੇ ਪੈਸੇ, ਇਹ ਵੀ ਦੋ ਤਰ੍ਹਾਂ ਦੇ ਹੁੰਦੇ, ਗਲੀ ਵਾਲੇ ਹੁੰਦੇ ਸੀ, ਇੱਕ ਡਬਲ ਪੈਸਾ ਕਹਿੰਦੇ, ਉਹਦੇ 'ਚ ਗਲੀ ਨਹੀਂ ਸੀ ਹੁੰਦੀ। ਹੁਣ ਤਾਂ ਉਹਨਾਂ ਦੇ ਦਰਸ਼ਨ ਤੋਂ ਲੱਭਣ ਕਿਤੇ ਪਏ ਹੈ, ਚਲੋ ਉਹ ਗੱਲ ਵੱਖਰੀ ਹੈ। ਤਾਂਬੇ ਦੇ ਪੈਸੇ, ਚਾਂਦੀ ਦੇ ਰੁਪਏ, ਸੋਨੇ ਦੀਆਂ ਮੋਹਰਾਂ, ਇਹ ਤਿੰਨ ਪ੍ਰਕਾਰ ਦੇ ਘੜੇ ਜਾਂਦੀ ਸੀ ਕਰੰਸੀ, ਉਹਨੂੰ ਕਹਿੰਦੇ ਸੀ ਟਕਸਾਲ। ਇਉਂ ਜਿਹੜੀ ਸਤਸੰਗਤ ਹੈ, ਉਹਨਾਂ ਸਤਪੁਰਸ਼ਾਂ ਦੀ ਸਤਸੰਗਤ, ਇਹ ਟਕਸਾਲ ਦੀ ਨਿਆਈ ਹੈ ਭਾਈ। ਇਹ ਟਕਸਾਲ ਹੈ, ਇੱਕ ਸਤਸੰਗਤ ਹੈ। ਵੈਸੇ ਜੋ ਦਮਦਮਾ ਸਾਹਿਬ ਬੈਠ ਕੇ ਮਹਾਰਾਜ ਨੇ ਕਿਹਾ ਮੇਰੀ ਕੰਸੀ ਹੈ, ਉੱਥੇ ਮਹਾਰਾਜ ਨੇ ਇਹ ਸ਼ਬਦਾਂ ਦੀ ਘਾੜਤ ਘੜੀ ਹੈ ਕਿ ਬਾਣੀ ਦਾ ਉਚਾਰਨ ਕਿਵੇਂ ਕਰਨਾ ਹੈ, ਬਾਣੀ ਦੇ ਅਰਥ ਕੀ ਨੇ। ਉੱਥੋਂ ਫਿਰ ਅਰਥਾਂ ਦੀ ਟਕਸਾਲ ਚੱਲ ਪਈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਇਹਦੇ ਤੇ ਕਿਸੇ ਦਾ ਦਾਅਵਾ ਨਹੀਂ। ਇਹ ਪੰਥ ਹੈ ਸਾਰਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵਿਦਿਆ ਜਿਹੜੀ ਬਖਸ਼ੀ, ਕਲਗੀਧਰ ਪਾਤਸ਼ਾਹ ਦੀ ਵਿਦਿਆ ਹੈ, ਇਹਨੂੰ ਕੋਈ ਇਹਦੇ ਤੇ ਮੇਰ ਨਹੀਂ ਮਾਰ ਸਕਦਾ ਵੀ ਮੇਰੀ ਹੈ। ਪੰਥ ਨੂੰ ਦਿੱਤੀ ਮਹਾਰਾਜ ਨੇ। ਸਾਨੂੰ ਏਕਤਾ ਰੱਖਣੀ ਚਾਹੀਦੀ ਹੈ, ਫੁੱਟਾਂ ਨਹੀਂ ਪਾਉਣੀਆਂ ਚਾਹੀਦੀਆਂ। ਇਸ ਦਾ ਹੀ ਦ੍ਰਿਸ਼ਟਾਂਤ ਜਿਹੜੀ ਸਤਸੰਗਤ ਹੈ, ਇਹ ਟਕਸਾਲ ਦੀ ਨਿਆਈ ਹੈ। ਬਾਦਸ਼ਾਹ ਦੀ ਜਿਹੜੀ ਟਕਸਾਲ ਹੁੰਦੀ ਉਹਦੀ ਗੱਲ ਕਰਦਾ ਮੈਂ। ਜਿੱਥੇ ਤਾਂਬੇ ਪੈਸਿਆਂ ਦੀ ਨਿਆਈ, ਨਿਸ਼ਕਾਮ ਕਰਮਾਂ ਦੀ ਘਾੜਤ ਘੜੀ ਜਾਂਦੀ। ਸੇਵਾ ਕਰਤ ਹੋਏ ਨਿਹਕਾਮੀ ਪਈ, ਕਾਮਨਾ ਨਹੀਂ ਰੱਖਣੀ, ਕੋਈ ਝਾੜੂ ਮਾਰ ਭਾਂਡੇ ਮਾਂਜ, ਲੇਕਿਨ ਕਾਮਨਾ ਨਾ ਰੱਖੀ, ਉਹਦੇ ਨਾਲ ਮਨ ਸੁੱਧ ਹੁੰਦਾ ਹੈ। ਚਾਂਦੀ ਦੇ ਰੁਪਈਆਂ ਦੀ ਨਿਆਈ, ਉਪਾਸਨਾ ਕਿ ਤੂੰ ਸ਼ਬਦ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਪਾਈ, ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰ, ਮੂਲ ਮੰਤਰ ਦਾ, ਗੁਰਮੰਤਰ ਦਾ ਧਿਆਨ ਧਰ, ਇਹ ਉਪਾਸਨਾ ਚਾਂਦੀ ਦੇ ਰੁਪਇਆਂ ਦੀ ਘਾੜਤ ਹੈ। ਸੋਨੇ ਦੀਆਂ ਮੋਹਰਾਂ ਦੀ ਨਿਆਈ ਗਿਆਨ ਦੀ ਘਾੜਤ ਘੜੀ ਜਾਂਦੀ ਹੈ। ਇਹ ਤਾਂ ਉਪਮਾ ਤੋਂ ਰਹਿਤੀ ਹੈ, ਫਿਰ ਸੋਨੇ ਦੀ ਕੀਮਤ ਜ਼ਿਆਦਾ ਹੁੰਦੀ ਹੈ। ਤਤ ਤੂੰ ਪਦ ਦਾ ਸੁਸ਼ੋਧਨ ਜਿਹੜਾ ਆਪਣੇ ਆਪੇ ਦਾ ਗਿਆਨ, ਉਹਨਾਂ ਦੀ ਸੰਗਤ ਵਿੱਚ ਮਨ ਬਾਣੀ ਸਰੀਰ ਦੇ ਅਭਿਮਾਨ ਤੋਂ ਰਹਿਤ ਘਾੜਤ ਘੜੀ ਜਾਂਦੀ ਹੈ ਕਿ ਅਭਿਮਾਨ ਤੋਂ ਰਹਿਤ ਕਿਵੇਂ ਹੋਣਾ ਹੈ। ਇਹ ਉਹਨਾਂ ਦੀ ਘਾੜਤ ਮਹਾਰਾਜ ਸਾਹਿਬ ਜੀ ਦੱਸ ਰਹੇ ਹਨ। ਤਾਕੀਆ ਗੱਲਾਂ ਕਥੀਆ ਨਾ ਜਾਹੇ, ਉਸ ਅਵਸਥਾ ਦੀ ਅਕੱਤ ਕਹਾਣੀ ਹੈ। ਉਹਨਾਂ ਦੀ ਉਪਮਾ ਦੀਆਂ ਗੱਲਾਂ ਸ਼ਕਤੀ ਵਿਰਤੀ ਕਰਕੇ ਤਾਂ ਕਈਆਂ ਨਹੀਂ ਜਾ ਸਕਦੀਆਂ, ਜਾਂ ਜਿਹੜੇ ਕਰਮਵਾਦੀਆਂ, ਭੇਦਵਾਦੀਆਂ,
ਇਹ ਸ਼ਾਸਤਰ ਨਾ ਇਹਨਾਂ ਪਾਸੋਂ ਵੀ ਇਹਨਾਂ ਤੋਂ ਕਥਨ ਨਹੀਂ ਹੋ ਸਕਦੀਆਂ। ਸ਼ਕਤੀ ਬਿਰਤੀ ਦੁਆਰਾ ਨਹੀਂ ਕਥਨ ਹੋ ਸਕਦੀਆਂ, ਕਰਮਵਾਦੀ ਨਹੀਂ ਕਥਨ ਕਰਦੇ, ਭੇਤਵਾਦੀ ਨਹੀਂ ਕਥਨ ਕਰ ਸਕਦੇ। ਹਾਂ, ਜਿਨ੍ਹਾਂ ਨੂੰ ਸਤਿਗੁਰੂ ਨੇ ਲਖਣਾ ਬਿਰਤੀ ਦੇ ਦਿੱਤੀ ਹੈ ਤੇ ਉਹ ਲਖਣਾ ਬਿਰਤੀ ਦੁਆਰਾ ਤੇ ਇਹਨਾਂ ਅਵਸਥਾ ਦੀਆਂ ਗੱਲਾਂ ਕਥਨ ਕੀਤੀਆਂ ਦੱਸੀਆਂ ਨੇ, ਉਹ ਆਵਾਗਣ ਦੇ ਚੱਕਰ ਦੇ ਵਿੱਚ ਨਾ ਨਹੀਂ ਜਾਹੇ ਜਾਂਦੇ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਕਹੇ ਕਿ ਮੈਂ ਉਹਨਾਂ ਦੀਆਂ ਗੱਲਾਂ ਕੱਥ ਸਕਦਾ, ਉਹਨੂੰ ਮਗਰੋਂ ਪਛਤਾਉਣਾ ਪਊਗਾ। ਸੰਪੂਰਨ ਰੂਪ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹਦੇ 99 ਰੀਤ ਅਨੁਸਾਰ ਪਿੱਛੇ ਪਛਤਾਏ, ਇੱਥੋਂ ਲੈਣਾ ਹੁਣ ਇਹਦਾ ਅਰਥ, ਇਹ ਤੁਕ ਦੀ 99 ਆ ਗਈ। ਪਿੱਛੇ ਪਛਤਾਏ, ਜੀਵ ਈਸ਼ ਦਾ ਪੱਖ ਸੀ ਜਿਹੜਾ, ਉਹ ਪਿੱਛੇ ਪੈ ਗਿਆ। ਕਿਉਂ? ਏਕਤਾ ਹੋ ਗਈ। 12 ਬੰਨੀ ਦੇ ਸੋਨੇ ਦੀ ਮੰਗ ਤਾਂ ਸੁੱਧ ਹੋ ਗਿਆ। ਤੋ ਇਸ ਪ੍ਰਕਾਰ ਹੁਣ ਦੱਸਦੇ ਨੇ ਅੱਗੇ, ਜਿੱਥੈ ਘੜੀਐ ਸੁਰਤ ਮਨ ਬੁੱਧ। ਵਾਹਿਗੁਰੂ। ਤਿੱਥੇ ਘੜੀਐ, ਤਿੱਥੇ ਸਰਮਖੰਡੀ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨਾਂ ਦੇ ਸ਼ਿਸ਼, ਉਹਨਾਂ ਨੂੰ ਇੱਕ ਰਸ ਸੁਖ ਦੀ ਪ੍ਰਾਪਤੀ ਹੋਈ ਹੈ। ਸੁਰਤ ਨਾਮ ਸੁਰਤੀਆਂ ਦਾ ਜਾਣਨਾ ਇੱਥੇ ਇਸ ਅਰਥ ਵਿੱਚ ਸੁਰਤੀਆਂ ਦੇ ਮਤ ਦਾ ਹੈ। ਜਿਹੜਾ ਮਨ ਦੇ ਵਿੱਚ ਬੁੱਧ ਬੋਧ ਹੋਣਾ, ਇਹ ਵੀ ਘਾੜਤ ਉੱਥੇ ਸਫੁਰਨ ਹੋ ਜਾਂਦੀ ਹੈ। ਤਿੱਥੇ ਉਸ ਥਾਂ ਤੇ ਸੋ ਦਾ ਅਰਥ ਹੈ ਸ੍ਰੇਸ਼ਟ, ਰਤ ਦਾ ਅਰਥ ਹੈ ਪ੍ਰੀਤੀ। ਸ੍ਰੇਸ਼ਟ ਪ੍ਰੀਤੀ ਦੇ ਨਾਲ ਜੋ ਮਤ ਬੁੱਧੀ ਦੇ ਵਿੱਚ ਮੰਨਣ ਕਰਨਾ ਹੈ, ਪਰਮੇਸ਼ਰ ਦੇ ਬੁੱਧ ਬੋਧ ਦਾ ਭਾਵ ਗਿਆਨ ਦੀ, ਇਹ ਘਾੜਤ ਵੀ ਉੱਥੇ ਆਨੰਦ ਸੁਤੇ ਸਿੱਧ ਘੜੀ ਜਾਂਦੀ ਹੈ। ਪਦਾਰਥਾਂ ਦੀ ਚੇਤਵਣੀ ਕਰਨ ਵਾਲੇ ਜਿਹੜੀ ਸੁਰਤ ਵਿਸਰ ਜਾਂਦੀ ਹੈ। ਮਤ ਆਤਮ ਵਿਸ਼ੇਣੀ ਬੁੱਧ ਹੋ ਜਾਂਦੀ ਹੈ। ਮਨ ਮੰਨਣ ਕਰਕੇ ਚੇਤਨ ਸਰੂਪ ਦਾ ਬੋਧ ਪ੍ਰਾਪਤ ਹੋ ਜਾਂਦਾ ਹੈ। ਤੇ ਇਉਂ ਇੱਥੇ ਫਿਰ ਐਸੀ ਘਾੜਤ ਘੜੀ ਜਾਂਦੀ ਹੈ, ਉੱਥੇ ਸੁਰਤ ਚਿੱਤ ਮਨ ਬੁੱਧ ਅਹੰਕਾਰ, ਇਹਨਾਂ ਸਾਰਿਆਂ ਦਾ ਅਭਾਵ ਹੋ ਜਾਂਦਾ ਹੈ। ਮਨ ਬੁੱਧ ਚਿੱਤ ਅਹੰਕਾਰ ਦਾ ਐਸੀ ਘਾੜਤ ਘੜੀ ਜਾਂਦੀ ਹੈ। ਜੀਵਨ ਮੁਕਤਾਂ ਦੀ ਅਵਸਥਾ ਐਸੀ ਹੈ, ਅੰਤਿਸ ਕਰਨ ਦਾ ਅਭਾਵ ਕਰਕੇ, ਜਿਵੇਂ ਕਾਗਜ਼ ਸੜ ਜਾਵੇ, ਉਹਦੇ ਉੱਤੇ ਅੱਖਰ ਲਿਖੇ ਉਕਣੇ ਸਵਾਦ ਵਿੱਚ ਵੀ ਦਿਸੀ ਜਾਂਦੇ ਨੇ, ਜਿੰਨਾ ਚਿਰ ਹਵਾ ਨਾ ਉਡਾ ਲਵੇ। ਇਉਂ ਫਿਰ ਉਹਨਾਂ ਦੀ ਦੇਹ ਕਿਰਿਆ ਤਾਂ ਪ੍ਰਤੀਤ ਹੁੰਦੀ ਹੈ, ਪਰ ਉਹਨਾਂ ਦੇ ਸੰਚਿਤ ਕਰਮ ਸੜ ਕੇ ਸੁਆਹ ਹੋ ਗਏ। ਉਹ ਮੁਕਤ ਪੁਰਖਾਂ ਦੀ ਕੇਵਲ ਦੇਹ ਦਿਖਾਈ ਦੇ ਰਹੀ ਹੈ। ਜਿੰਨਾ ਚਿਰ ਪ੍ਰਲਬਧ ਹੈ, ਉਨਾ ਚਿਰ ਦੇਹ ਦਿਖਾਈ ਦਿੰਦੀ ਰਹੇਗੀ। ਤੇ ਉੱਥੇ ਉਹਨਾਂ ਦੀ ਸੰਗਤ ਵਿੱਚ ਸੁਰਤ ਚਿੱਤ ਦੀ ਚੰਚਲਤਾ ਹੀ ਮਿਟ ਜਾਂਦੀ ਹੈ। ਤੇ ਜਿਸ ਤਰ੍ਹਾਂ ਦੋ ਤਰ੍ਹਾਂ ਦੀ ਪੌਣ ਹੁੰਦੀ ਹੈ, ਸਪੰਦ ਪੌਣ ਹੁੰਦੀ ਹੈ, ਇੱਕ ਨਿਸਪੰਦ ਪੌਣ ਹੁੰਦੀ ਹੈ। ਜਿਹੜੀ ਸਪੰਦ ਪੌਣ, ਉਹ ਚੱਲਣ ਵਾਲੀ ਪੌਣ ਨੂੰ ਸਪੰਦ ਪੌਣ ਕਹਿੰਦੇ ਨੇ। ਇਹ ਨਿਸਪੰਦ ਪੌਣ ਜਿਹੜੀ ਖੜੀ ਹਵਾ ਹੈ, ਜਿਹੜੀ ਚੱਲਣ ਵਾਲੀ ਹਵਾ ਹੈ, ਖੜੀ ਹਵਾ ਦੇ ਵਿੱਚ ਮਿਲ ਕੇ ਟਿਕ ਜਾਂਦੀ ਹੈ। ਇਸੇ ਤਰ੍ਹਾਂ ਬ੍ਰਹਮ ਬੇਤਿਆਂ ਦੀ ਜਿਗਿਆਸੂ ਸੰਗਤ ਕਰਕੇ ਉਹਨਾਂ ਦਾ ਮਨ ਵੀ ਐਂ ਟਿਕ ਜਾਂਦਾ ਹੈ, ਜਿਵੇਂ ਸਪੰਦ ਪੌਣ ਨਿਸਪੰਦ ਪੌਣ ਵੀ ਟਿਕ ਜਾਂਦੀ ਹੈ। ਸ਼ਬਦ ਨੇ ਇਹ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਹੌਲੀ ਹੌਲੀ ਇਹਨਾਂ ਸ਼ਬਦਾਂ ਦਾ, ਕਿਉਂਕਿ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਵੀ ਜੇ ਸਪੰਦ ਪਾਉਣ ਕਹਿ ਕੇ ਸਪੰਦ ਪਾਉਣੇ ਲੱਗ ਜਾਂਦਾ, ਫਿਰ ਜਿੱਥੇ ਅੱਗੇ ਆਊਗੀ ਉੱਥੇ ਫਿਰ ਸਮਝ ਆ ਜੂ ਤੁਹਾਨੂੰ ਵੀ ਸਪੰਦ ਪਾਉਣ ਕੀ ਹੈ, ਨਿਸਪੰਦ ਕੌਣ ਹੈ। ਸਪੰਦ ਜਿਹੜੀ ਗਤੀ ਦੇ ਸਹਿਤ ਚੱਲਦੀ ਹਵਾ ਨੂੰ ਕਹਿੰਦੇ ਨੇ, ਨਿਸਪੰਦ ਜਿਹੜੀ ਖੜੀ ਹਵਾ ਹੈ। ਇਸ ਤਰ੍ਹਾਂ ਜਿਨ੍ਹਾਂ ਦਾ ਮਨ ਖੜਾ ਹੈ, ਉਹਨਾਂ ਦੀ ਸੰਗਤ ਕਰਕੇ ਨਾ ਉਹ ਨਿਸਪੰਦ ਪਾਉਣ ਤੇ ਨਾ ਸਪੰਦ ਪਾਉਣ ਜਿਵੇਂ ਖੜ ਜਾਂਦੀ ਹੈ, ਐਂ ਉਹਨਾਂ ਦਾ ਮਨ ਸੁੱਧ ਹੋ ਜਾਂਦਾ ਹੈ। ਤੋ ਇਸ ਕਰਕੇ ਫਿਰ ਉਹਨਾਂ ਤਤ ਬੇਤਿਆਂ ਦੀ ਸੁਰਤ ਬ੍ਰਹਮਾਕਾਰ ਹੋ ਕੇ ਟਿਕ ਜਾਂਦੀ ਹੈ। ਮਤ ਮਸਤ ਹੋ ਕੇ, ਜਿੱਥੇ ਦੇਹੂੰ ਕਹਿੰਦਾ ਤੇ ਮੈਂ ਦੇਹ ਹਾਂ, ਮੈਂ ਦੇਹ ਹਾਂ, ਹੁਣ ਕਹਿੰਦਾ ਸੁੱਧ ਹੂੰ, ਮੈਂ ਸੁੱਧ ਸਰੂਪ ਹਾਂ, ਨਿਰਹੰਕਾਰ ਹੂੰ, ਮੇਰੇ 'ਚ ਹੰਕਾਰ ਨਹੀਂ, ਹੰਕਾਰ ਰਹੇ ਤਾਂ ਕਹਿਣ ਲੱਗ ਜਾਂਦਾ ਹੈ। ਮਨ ਮੰਨਣ ਕਰਨ ਲੱਗ ਜਾਂਦਾ ਹੈ। ਬੁੱਧ ਬੁੱਧੀ ਬੋਧ ਵਿੱਚ ਮਿਲ ਗਈ। ਮਿਥਿਆ ਪਦਾਰਥਾਂ ਨੂੰ ਜਿਹੜੀ ਸਤ ਨਿਸ਼ਚੈ ਕਰਦੀ ਸੀ, ਉਹ ਹਟ ਗਈ। ਉੱਥੇ ਸਰਮਖੰਡੀ ਮਹਾਂਪੁਰਖ ਜਿਹੜੇ ਨਾ ਸੁਰਤ ਸਰਵਣ ਕਰਦੇ ਆ, ਮਤ ਮੰਨਣ ਕਰਦੇ ਨੇ, ਮਨ ਨਿਧਿਆਸਨ ਕਰਦੇ ਨੇ, ਜਾਂ ਹੋਰ ਬੁੱਧ ਬੋਧ ਦਿੰਦੇ ਹੈ। ਬਸ ਇਹ ਕਿਰਿਆ ਕਰਦੇ ਰਹਿੰਦੇ ਨੇ, ਹੋਰ ਕੋਈ ਉਹਨਾਂ ਦੀ ਕਿਰਿਆ ਨਹੀਂ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤਿੱਥੇ ਤਿਸ ਸਰਮਖੰਡ ਦੀ ਅਵਸਥਾ ਵਿੱਚ ਜਿਹੜੇ ਬ੍ਰਹਮ ਗਿਆਨੀ ਇਸਤਤ ਨੇ, ਉੱਥੇ ਸੁਰਾਂ ਜੋ ਸਾਰਿਆਂ ਦੇ ਅੰਦਰ ਦੇਵ, ਸਾਰੇ ਦੇਵਤਿਆਂ ਦਾ ਪ੍ਰਕਾਸ਼ਕ ਹੈ, ਉਹ ਕੌਣ ਹੈ? ਦੇਵਨ ਕੋ ਦੇਵ ਹੈ, ਨਿਰੰਜਨ ਅਭੇਵ ਹੈ। ਤੋ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਸਾਰਿਆਂ ਦੇਵ ਸਿੱਧਾਂ ਦਾ ਜੋ ਪ੍ਰਾਪਤ ਹੁੰਦਾ ਹੈ,
ਸਿੱਧਾਂ ਦਾ ਅਰਥ ਪ੍ਰਾਪਤ, ਜੋ ਪ੍ਰਾਪਤ ਰੂਪ ਹੈ ਉਹ ਸੁੱਧ ਸਰੂਪ ਦੀ ਪ੍ਰਾਪਤੀ ਦੀ ਘਾਟ ਜਿਹੜੀ ਹੈ ਬ੍ਰਹਮ ਵਿਦਿਆ ਕਰਕੇ ਘੜੀ ਜਾਂਦੀ ਹੈ। ਤੇ ਤਿੱਥੇ ਤੇ ਉੱਥੇ ਸੁੱਧ ਸਰੂਪ ਵਿੱਚ ਸੁਰ ਦੇਵਤੇ ਸਿੱਧਾ ਸਿੱਧ ਇਹ ਕੁਛ ਵੀ ਨਹੀਂ ਰਹਿੰਦਾ, ਕੋਈ ਵੀ ਨਹੀਂ ਹੈ ਉੱਥੇ, ਸਾਰੇ ਘੜੇ ਜਾਂਦੇ ਨੇ। ਘੜੇ ਕੀ ਜਾਂਦੇ ਨੇ? ਲੈ ਹੋ ਜਾਂਦੇ ਨੇ। ਇਹ ਸਾਰੇ ਸਰੂਪ ਵਿੱਚ ਕੀ ਹੈ? ਕਲਪਤ ਦਿਸਣ ਲੱਗ ਜਾਂਦੇ ਨੇ। ਘੜੇ ਗਏ ਆਪ ਹੀ, ਨਾ ਸਿੱਧ ਰਿਹਾ ਕੋਈ, ਨਾ ਦੇਵਤਾ ਰਿਹਾ, ਨਾ ਪੁੰਨੀ ਰਿਹਾ, ਨਾ ਪਾਪੀ ਰਿਹਾ। ਉੱਥੇ ਕਿਹਾ ਜਾਂਦਾ ਸੁਰਾ ਦੈਵੀ ਸੰਪਦਾ ਵਾਲੇ ਜਿਹੜੇ ਵਿਵੇਕੀ ਪੁਰਖ ਨੇ, ਸਿੱਧਾ ਮੁਕਤ ਪੁਰਖ, ਉਹਨਾਂ ਦੀ ਗਿਆਤ ਵੀ ਘਾੜਤ ਘੜੀ ਜਾਂਦੀ ਹੈ। ਜਾਣਿਆ ਜਾਂਦਾ ਕਿ ਇਹ ਗਿਆਨਵਾਨ ਹੈ, ਇਹ ਦੈਵੀ ਸੰਪਦਾ ਵਾਲਾ ਹੈ। ਇਸ ਪ੍ਰਕਾਰ ਦੀ ਇਹ ਪੌੜੀ ਦੇ ਅੰਤਰੀ ਭਾਵ ਵਿੱਚ ਜਿਹੜੀ ਵਿਚਾਰ ਬੜੀ ਗਹਿਰੀ ਸੀ। ਇਹ ਸਰਮਖੰਡੀ ਸਿੱਖ ਦੀ ਅਵਸਥਾ ਜਿਹੜੇ ਅਸੰਗ ਸਗਤ, ਇਹ ਪੰਜਵੀਂ ਭੂਮਿਕਾ ਹੈ। ਸੁਵਿਚਾ ਸੁਵਿਚਾਰਨਾ ਤਨੂ ਮਾਨਸਾ ਪਦਾਰਥ ਅਭਾਵ ਨਹੀਂ, ਅਸੰਗ ਸਗਤ ਇਹ ਪੰਜਵੀਂ ਹੈ। ਪਦਾਰਥ ਅਭਾਵ ਨਹੀਂ ਤੇ ਤੁਰੀਆ ਦੋ ਰਹਿ ਗਈਆਂ। ਤੇ ਇਹ ਸਹਿਜੇ ਹੋਤਾ ਜਾਏ ਸੋ ਹੋਏ। ਜੇ ਇਹ ਸਮਝ ਕੇ ਵੀ ਦੇਖੋ ਜੀ ਮੈਥ ਹੈ ਜਿਹੜਾ ਇਹ ਬਹੁਤ ਔਖਾ ਹੈ। ਬੱਚਾ ਕਹੇ ਟੀਚਰ ਨੂੰ ਜੀ ਮੈਂ ਤਾਂ ਪੜ੍ਹਨਾ ਨਹੀਂ ਹੈ, ਸਾਇੰਸ ਬਹੁਤ ਔਖੀ ਹੈ, ਮੈਂ ਨਹੀਂ ਪੜ੍ਹਨੀ ਇਹ, ਵੀ ਇਹ ਸਬਜੈਕਟ ਔਖੇ ਨੇ, ਮੈਂ ਨਹੀਂ ਪੜ੍ਹਨੀ। ਜਾਂ ਕੋਈ ਕਹੇ ਵੀ PhD ਮੈਂ ਨਹੀਂ ਕਰਨੀ ਕਿਉਂਕਿ ਜੀ PhD ਔਖੀ ਬਹੁਤ ਹੈ। ਤਾਂ ਫਿਰ ਭਾਈ ਦੱਸੋ, ਫਿਰ ਡੰਗਰ ਕਰਿਆ ਕਰਨਗੇ PhDਆਂ ਜੇ ਬੰਦੇ ਨਹੀਂ ਕਰਨਗੇ, ਪੰਛੀ ਕਰਨਗੇ। ਜੇ ਕੋਈ ਗੁਰਸਿੱਖ ਕਹੇ ਵੀ ਇਹ ਬਹੁਤ ਗੂੜ੍ਹ ਗਿਆਨ ਹੈ ਜੀ, ਮੈਂ ਤਾਂ ਸਮਝ ਨਹੀਂ ਸਕਦਾ, ਫਿਰ ਹੁਣ ਪਸ਼ੂ ਸਮਝਣਗੇ ਇਹਨੂੰ ਗਿਆਨ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਸਾਨੂੰ। ਭਾਈ ਹਾਂ, ਕੋਸ਼ਿਸ਼ ਕਰੋ। ਤੇ ਇੱਕ ਬਾਦਸ਼ਾਹ ਉਹ ਨਾ ਚੜ੍ਹਾਈ ਕਰਕੇ ਗਿਆ, ਜੰਗ ਹੋਇਆ, ਹਾਰ ਗਿਆ, ਦੁਬਾਰੇ ਫੇਰ ਗਿਆ, ਉਹ ਫੇਰ ਹਾਰ ਗਿਆ। ਤੇ ਉਹਨੇ ਸੋਚਿਆ ਵੀ 2-3 ਵਾਰੀ ਜੰਗ ਹਾਰ ਗਿਆ ਤੇ ਆਖਰ ਦੇ ਬਾਅਦ 'ਚ ਕਹਿੰਦੇ 6ਵੀਂ ਵਾਰ ਵੀ ਜੰਗ ਹਾਰ ਗਿਆ। ਉਹ 6 ਵਾਰੀ ਹਾਰ ਕੇ ਦਿਲ ਟੁੱਟ ਗਿਆ ਉਹਦਾ, ਕਹਿੰਦਾ ਵੀ ਮੈਂ ਤਾਂ ਜਿੱਤੇ ਨਹੀਂ ਸਕਦਾ। ਕੁਦਰਤ ਨੇ ਜਦੋਂ ਗਿਆਨ ਦੇਣਾ ਤੇ ਪ੍ਰਹਲਾਦ ਨੂੰ ਵੀ ਇਸ ਤਰ੍ਹਾਂ ਹੀ ਗਿਆਨ ਦਿੱਤਾ ਸੀ। ਪ੍ਰਹਲਾਦ ਕਹਿੰਦੇ ਸਾਰੀਆਂ ਗੱਲਾਂ 'ਚ ਪਾਸ ਹੁੰਦਾ ਗਿਆ, ਪਹਾੜ ਤੋਂ ਸਿੱਟਿਆ ਨਹੀਂ ਮਰਿਆ, ਪਾਣੀ 'ਚ ਡੁੱਬਿਆ, ਅੱਗ 'ਚ, ਸਾਰੀਆਂ ਗੱਲਾਂ ਦੇ ਵਿੱਚ ਕਹਿੰਦੇ ਇਹ ਪਾਸ ਹੁੰਦਾ ਗਿਆ, ਜਾਨਵਰਾਂ ਦੇ ਵਿੱਚ, ਸੱਪਾਂ ਠੂਹਿਆਂ ਦੇ ਵਿੱਚ। ਤੇ ਅਖੀਰ ਦੇ ਵਿੱਚ ਕਹਿੰਦੇ ਜਦੋਂ ਤੱਤਾ ਥੰਮ ਕੀਤਾ ਨਾ, ਉਹਦੇ ਵਿੱਚ ਐਨ ਲਾਲ ਮਲਤਾਨ 'ਚ ਹੋਈ ਸੀ ਜਿਹੜੇ, ਇਹ ਮਲਤਾਨ ਦਾ ਰਾਜਾ ਸੀ ਹਰਨਾਕਸ਼ ਸੀ ਜਿਹੜਾ, ਉਹ ਹੁਣ ਵੀ ਚਿੰਨ੍ਹ ਹੈ ਉੱਥੇ ਮਲਤਾਨਪੁਰ ਦੇ। ਮੈਨੂੰ ਜਿਹੜੇ ਸੰਤਾਂ ਨੇ ਦੇਖਿਆ ਉਹਨੇ ਦੱਸਿਆ, ਕਹਿੰਦੇ ਜੀ ਹੁਣ ਤਾਂ ਚਲੋ ਪਾਕਿਸਤਾਨ ਬਣ ਗਿਆ ਵੀ ਤੇ ਦੇਸ਼ਾਂ ਦੀ ਵੰਡ ਹੋ ਗਈ, ਕਹਿੰਦੇ ਅਸੀਂ ਦੇਖਿਆ ਚਿੰਨ੍ਹ ਹੈਗਾ, ਕਹਿੰਦੇ ਉਹ ਖੰਡਰਾਤ ਹੋਇਆ ਵਾ। ਉਹ ਜਿਹੜਾ ਥੰਮ ਸੀ ਜਦੋਂ ਐਨ ਦਗ ਦਗ ਕਰਦਾ, ਪ੍ਰਹਲਾਦ ਨੂੰ ਕਹਿੰਦਾ ਪਾ ਇਹਦੇ ਨਾਲ ਜੱਫੀ ਤੇਰਾ ਰਾਮ ਹੈ। ਕਹਿੰਦੇ ਪ੍ਰਹਲਾਦ ਫਿਰ ਡੋਲ ਗਿਆ ਸੀ। ਉਸ ਵੇਲੇ ਭਗਵਾਨ ਕੀੜੀ ਬਣ ਕੇ ਉਹਦੇ ਤੇ ਐਂ ਚੜ੍ਹਨ ਲੱਗਿਆ। ਪ੍ਰਹਲਾਦ ਕਹਿੰਦਾ ਉਹ ਕੀੜੀ ਨਹੀਂ ਛੱਡਦੀ ਇਹਦੇ ਨਾਲ, ਮੈਂ ਕਿੱਥੇ ਤੁਹਾਨੂੰ ਨੱਠ ਕੇ ਜਾ ਕੇ ਜੱਫੀ ਪਾ ਲਈ। ਜਦੋਂ ਬੱਚਾ ਫੇਲ ਹੁੰਦਾ ਹੋਵੇ ਨਾ, ਵੀ ਹੁਣ ਇਹ ਫੇਲ ਹੋ ਜਾਊਗਾ, ਮਾਂ ਬਾਪ ਵੀ ਫਿਰ ਉਹ ਜਿਹੜੇ ਇਮਤਿਹਾਨ ਹੁੰਦੇ ਨੇ ਕਹਿੰਦੇ ਜੀ ਸਾਡੇ ਬੱਚੇ ਦਾ ਖਿਆਲ ਰੱਖਿਓ, ਮਤਲਬ ਕੀ ਹੁੰਦਾ ਵੀ ਨਕਲ ਮਰਾ ਦਿਓ। ਉਹ ਫਿਰ ਉੱਥੇ ਜਾ ਕੇ ਨਾ ਨਾਲ ਤਾਂ ਨਕਲ ਮਰਾਉਣ ਵਾਸਤੇ ਉਹਨੂੰ ਇਸ਼ਾਰਾ ਕਰ ਦਿੰਦਾ ਹੈ, ਉਹ ਕਿੱਧਰ ਨੂੰ ਦੇਖਦਾ ਹੈ, ਮੂਹਰੇ ਨੂੰ ਦੇਖ, ਮੂਹਰੇ ਉਹ ਨਕਲ ਵਾਲਾ ਉਹਦੇ ਸੈੱਟ ਕਰਿਆ ਹੋਇਆ ਹੁੰਦਾ ਵੀ ਇੱਥੋਂ ਦੇਖ ਕੇ ਕਰਦੇ, ਪਾਸ ਹੋ ਜਾਂਦਾ। ਤੇ ਪ੍ਰਹਲਾਦ ਨੂੰ ਪਰਮਾਤਮਾ ਨੇ ਪਾਸ ਤਾਂ ਕਰਾ ਦਿੱਤਾ, ਕਿਉਂਕਿ ਜਿਵੇਂ ਬੱਚਿਆਂ ਮਾਂ ਬਾਪਾਂ ਨੂੰ ਫਿਕਰ ਹੁੰਦਾ ਵੀ ਚਾਹੇ ਨਕਲ ਮਾਰ ਕੇ ਪਾਸ ਹੋਵੇ, ਬੱਚਾ ਪਾਸ ਹੋਣਾ ਚਾਹੀਦਾ। ਰੱਬ ਵੀ ਕਹਿੰਦਾ ਵੀ ਚਾਹੇ ਨਕਲ ਮਾਰ ਕੇ ਪਾਸ ਹੋਵੇ, ਮੇਰਾ ਭਗਤ ਫੇਲ ਨਾ ਹੋ ਜਾਵੇ। ਪਰ ਦੇਖੋ ਜਿਹੜੀ ਧਰਤੀ 'ਚ ਬੈਠੇ ਹੋ, ਇਮਤਿਹਾਨ ਜਦੋਂ ਬਾਬਾ ਫਤਿਹ ਸਿੰਘ ਸਾਹਿਬ ਦੇ ਸਾਹਮਣੇ ਆਇਆ, ਬਾਬਾ ਜ਼ੋਰਾਵਰ ਸਿੰਘ ਸਾਹਿਬ ਦੇ ਸਾਹਮਣੇ ਆਇਆ, ਤੇ ਜਿਹੜੇ ਬੱਚੇ ਨੇ ਮਿਹਨਤ ਕੀਤੀ ਆਉਂਦਾ ਕਹਿੰਦਾ ਬਾਪੂ ਟਿਊਸ਼ਨ ਨਾ ਬਣ ਰੱਖੀ, ਭਾਵੇਂ ਨਕਲ ਦੀ ਤਾਂ ਕੋਈ ਲੋੜ ਹੀ ਨਹੀਂ, ਕਹਿੰਦਾ ਪੂਰੇ ਨੰਬਰ ਲੈ ਕੇ ਪਾਸ ਹੋਊ, ਰਾਤਾਂ ਚਾਹ ਕੇ ਮਿਹਨਤ ਕੀਤੀ ਹੈ, ਮੈਨੂੰ ਆਪਣੀ ਮਿਹਨਤ 'ਤੇ ਮਾਣ ਹੈ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਸਾਨੂੰ ਆਪਣੇ ਬਾਪੂ ਦੀ ਗੋਦੀ 'ਤੇ ਮਾਣ ਹੈ, ਸਾਡੀਆਂ ਉਮਰਾਂ ਚਾਹੇ ਵਜੀਦਿਆਂ ਛੋਟੀਆਂ ਨੇ ਪਰ ਪੂਰੇ ਨੰਬਰ ਲੈ ਕੇ ਪਾਸ ਹੋਵਾਂਗੇ। ਪਾਸ ਹੋ ਗਏ। 5 ਸਾਲ ਦੀ ਉਮਰ ਉਹਨਾਂ ਦੀ, ਥੋੜ੍ਹੇ ਜਿਹੇ ਬਰੇ ਉੱਪਰ ਹੈ, ਬਚਪਨ ਉਹਨਾਂ ਦਾ, ਪਰ ਪ੍ਰਹਲਾਦ ਤੋਂ ਵੱਡੀ ਗੱਲ ਬਾਬਾ ਫਤਿਹ ਸਿੰਘ ਸਾਹਿਬ ਨੇ ਕਰਕੇ, ਕਿਉਂਕਿ ਨਕਲ ਮਾਰ ਕੇ ਪਾਸ ਨਹੀਂ ਹੋਇਆ ਬਾਬਾ ਫਤਿਹ ਸਿੰਘ ਸਾਹਿਬ।
ਤੋ ਇਸ ਕਰਕੇ ਉਹ ਫਿਰ ਕਈ ਵਾਰੀ ਕੀੜੀ ਸਿੱਖਿਆ ਦੇ ਦਿੰਦੀ ਹੈ। ਬਾਦਸ਼ਾਹ ਨੇ ਦੇਖਿਆ ਇੱਕ ਕੀੜੀ ਚੜ੍ਹੇ ਉੱਪਰ ਨੂੰ ਡਿੱਗ ਜਾਏ, ਇੱਕ ਵਾਰੀ ਡਿੱਗੀ, 2 ਵਾਰ, 3 ਵਾਰ, 4, 5, 6ਵੀਂ ਵਾਰ ਵੀ ਡਿੱਗ ਪਈ। ਕਹਿੰਦਾ ਉਹ ਕੀੜੀ ਦਾ ਵੀ ਹਾਲ ਉਹੀ ਹੈ ਜਿਹੜਾ ਮੇਰਾ। ਹੁਣ ਦੇਖਦੇ ਹਾਂ, ਹੌਲੀ 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 7ਵੀਂ ਵਾਰ ਚੜ੍ਹ ਗਈ। ਉਹਨੇ ਕਰਕੇ ਫੌਜਾਂ ਤਿਆਰ, 7ਵੀਂ ਵਾਰ ਜੰਗ ਜਿੱਤਿਆ ਗਿਆ। ਕਹਿਣ ਦਾ ਮਤਲਬ ਜਿਹੜੀ ਅੱਜ ਨਹੀਂ ਗੱਲ ਸਮਝ ਆਉਂਦੀ, ਨਿਸ਼ਚਾ ਰੱਖੋ ਕੱਲ੍ਹ ਨੂੰ ਆਏਗੀ। ਹੁਣ ਉਹਨਾਂ ਦੀ ਰੀਸ ਕਿਵੇਂ ਕਰੋਗੇ ਜਿਹੜੇ PhD ਕੀਤੀ ਹੋਈ ਹੈ? ਤੁਹਾਡੇ ਵਿੱਚ ਜਿਹੜੇ ਗਿਆਨਵਾਨ ਬੈਠੇ ਗਿਆਨੀ ਸਿੰਘ, ਇਹ ਛੋਟੇ ਵਿਦਿਆਰਥੀ ਕਿਵੇਂ ਰੀਸ ਕਰਨਗੇ? ਜਦੋਂ ਤੁਸੀਂ ਹੌਲੀ ਹੌਲੀ ਉਹ ਗ੍ਰੰਥ ਪੜ੍ਹੋਗੇ, ਗ੍ਰੰਥ ਪੜ੍ਹ ਫਿਰ ਤੁਸੀਂ ਕਹੋਗੇ ਜੀ ਕਥਾ ਹੀ ਇਸ ਦਾ ਆਨੰਦ ਹੈ। ਜਿਹੜੀ ਤੁਸੀਂ ਆਹ ਨਾ ਆਹ ਕਥਾ ਆਨੰਦਦਾਇਕ ਹੈ ਜ਼ਿਆਦਾ, ਉਹ ਤਾਂ ਕਹਾਣੀਆਂ ਨਾ, ਉਹ ਤਾਂ ਬਾਤਾਂ ਨੇ ਜਿਹੜੀਆਂ ਬੀਬੀਆਂ ਵੀ ਪਾ ਦਿੰਦੀਆਂ ਬੱਚਿਆਂ ਵਾਸਤੇ। ਅਸਲ ਤਾਂ ਜੀ ਗਿਆਨ ਐਂ ਕਹਿਣ ਲੱਗ ਜਾਓਗੇ ਫਿਰ ਵੀ ਹੁਣ ਸਮਝ ਆਉਂਦਾ। ਸੋ ਇਸ ਕਰਕੇ ਹੈ ਸਤਿਗੁਰੂ ਮਹਾਰਾਜ ਸਾਹਿਬ ਨੇ ਇਸ ਪੌੜੀ ਦਾ ਜਿਹੜਾ ਮੁੱਖ ਭਾਵ ਹੈ ਉਹ ਸੁਣੋ। ਹੁਣ ਇਹ ਪੌੜੀ ਵਿੱਚ ਕਥਨ ਕੀਤਾ ਹੈ ਕਿ ਗਿਆਨ ਖੰਡ ਵਿੱਚ ਐਸਾ ਤਿੱਖਾ ਗਿਆਨ ਤੇ ਉੱਥੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ, ਸਰਵਣ, ਦਰਸ਼ਨਾਂ ਦਾ ਕਰੋੜਾਂ ਗੁਣਾ ਜ਼ਿਆਦਾ ਆਨੰਦ ਹੈ। ਇਹ ਕਿਹਾ ਨਹੀਂ ਜਾ ਸਕਦਾ ਕਿੰਨਾ ਕੁ ਹੈ। ਇੱਥੋਂ ਤੱਕ ਤਾਂ ਇਹ ਪਿਛਲੀ ਪੌੜੀ ਦੇ ਨਾਲ ਸੰਬੰਧ ਸਮਝਣਾ। ਫਿਰ ਗਿਆਨ ਖੰਡ ਕਾ ਆਖੋ ਕਰਮ, ਇਹ ਉਹਦੇ ਨਾਲ ਸੰਬੰਧ ਹੈ। ਅੱਗੇ ਆ ਗਈ ਸਰਮਖੰਡ, ਇਹ ਗਿਆਨ ਖੰਡ ਕਾ ਆਖੋ ਕਰਮ ਸੀ, ਉਹਦੇ ਨਾਲ ਸੰਬੰਧਿਤ ਵਿਚਾਰ ਹੈ ਮੁੱਖ ਭਾਗ ਦੇ ਵਿੱਚ। ਅੱਗੇ ਸਰਮਖੰਡ ਵਿੱਚ ਸਿੱਖ ਦੀ ਅਵਸਥਾ ਜਿਹੜੀ 5ਵੀਂ ਭੂਮਿਕਾ ਹੈ ਅਸੰਸਕਤ, ਉਹਦਾ ਕਥਨ ਕੀਤਾ ਹੈ। ਸਰਮਖੰਡ ਦੀ ਬਾਣੀ ਜੋ ਮੁੱਖੋਂ ਨਿਕਲਦੀ ਹੈ ਉਹ ਜਿਗਿਆਸੂਆਂ ਦੇ ਅੰਤਸ਼ਕਰਨ ਨੂੰ ਸੁੱਧ ਕਰਨ ਵਾਲੀ ਹੈ, ਨਿਜ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਜੋ ਬਾਣੀ ਨਿਕਲਦੀ ਹੈ। ਉੱਥੇ ਵਿਦਿਆ ਦੀ ਘਾੜਤ ਉਪਮਾ ਤੋਂ ਰਹਿਤ ਘੜੀ ਜਾਂਦੀ ਹੈ। ਤਿੰਨਾਂ ਸਰਮਖੰਡੀਆਂ ਦੀਆਂ ਗੱਲਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਕਹੇ ਕਿ ਮੈਂ ਕਥਨ ਕਰ ਸਕਦਾ, ਪੂਰਾ ਕਥਨ ਨਹੀਂ ਕਰ ਸਕਦਾ, ਪਿੱਛੋਂ ਪਛਤਾਉਣਾ ਪਊਗਾ। ਉਹਨਾਂ ਦੀ ਸੰਗਤ ਵਿੱਚ ਸੁਰਤ, ਚਿੱਤ, ਮਨ, ਬੁੱਧ, ਚਤੁਸ਼ਟੈ ਅੰਤਸ਼ਕਰਨ, ਮਨ, ਬੁੱਧ, ਚਿੱਤ, ਹੰਕਾਰ, ਇਹ ਅੰਤਸ਼ਕਰਨ ਦੀ ਹੰਗਤਾ ਮੇਟ ਕੇ ਪਵਿੱਤਰ ਕਰਨ ਰੂਪ ਘਾੜਤ ਘੜੀ ਜਾਂਦੀ ਹੈ। ਸੋ ਇਸ ਪੌੜੀ ਦੇ ਅੰਦਰ 97 ਅੱਖਰਾਂ ਦੇ ਨਾਲ ਇਹ ਬ੍ਰਹਮ ਗਿਆਨ 3 ਅਰਥਾਂ ਦੇ ਵਿੱਚ ਜੋ ਸਤਿਪੁਰਸ਼ਾਂ ਨੇ, ਬ੍ਰਹਮ ਗਿਆਨੀ, ਤਤ ਵੇਤੇ ਮਹਾਂਪੁਰਖਾਂ ਨੇ, ਸੰਪਰਦਾ ਦੇ ਬ੍ਰਹਮ ਗਿਆਨੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਰਥਾਂ ਨੂੰ ਸੰਭਾਲ ਕੇ ਜਿਵੇਂ ਹੀਰੇ ਮੋਤੀ ਸੰਭਾਲੇ ਨੇ, ਅਤੇ ਉਹਨਾਂ ਨੂੰ ਅੱਗੇ ਉਹਨਾਂ ਦੀ ਚਮਕ ਸਾਹ ਸੀ, ਉਸੇ ਤਰ੍ਹਾਂ ਚਮਕ ਰਹੀ ਹੈ ਪੰਥ ਵਿੱਚ, ਚਮਕਦੀ ਰਹੇ ਅਰਥਾਂ ਦੇ ਰੂਪ ਵਿੱਚ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਕਰ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਦਾ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।